ਭਾਵੁਕ ਫਿਰ ਹੋ ਗਏ ਹੋ, ਕੀ ਗੱਲ ਹੋ ਗਈ ਹੈ? ਕਿਉਂ ਭਾਵੁਕ ਹੋ ਜਾਂਦੇ ਹੋ ਤੁਸੀਂ? ਤੁਸੀਂ ਇੰਨਾ ਭਾਵੁਕ ਨਾ ਹੋਵੋ, ਅਸੀਂ ਇਹ ਦਰਦ ਦੇਖ ਕੇ ਇੱਥੇ ਆਏ ਆ। ਇੰਦਰਜੀਤ, ਤੁਹਾਡਾ ਕੀ ਕਰੀਏ ਕਿੱਧਰ ਨੂੰ ਜਾਈਏ ਅਸੀਂ ਦੱਸੋ। ਇੰਨਾ ਦਰਦ ਕਿਉਂ ਸੀਨੇ 'ਚ ਲੁਕੋਈ ਬੈਠੇ ਹੋ? ਤੁਹਾਡੇ ਸਾਹਮਣੇ ਮੈਡਮ, ਇਹਨਾਂ ਨੂੰ ਖਾ ਤਾਂ ਸਕਦੇ ਨਹੀਂ ਅਸੀਂ ਜੀ। ਹੱਕ ਮੰਗਦੇ ਆ, ਹੱਕ ਵੀ ਨਹੀਂ ਮਿਲ ਰਿਹਾ ਸਾਨੂੰ ਸਾਡਾ। ਮੇਰੇ ਘਰ ਦੇ ਨੇ ਤਾਂ ਗੁਰਦੁਆਰੇ ਜੀ ਮੈਂ ਮੱਥੇ ਟੇਕੇ ਜੀ ਵੀ ਸਾਡਾ ਮੁੰਡਾ ਮਿਲ। ਪਰ ਫਿਰ ਵੀ ਮੇਰੀ ਕੋਈ ਸੁਣਵਾਈ ਨਹੀਂ। ਇੰਨੇ ਮੈਡਲ ਜਿੱਤ ਕੇ ਵੀ ਮੈਂ ਆਉਂਦਾ ਹੀ। ਜੇ ਮਰਦੇ ਆ ਤਾਂ ਅਗਲਾ ਕਹਿੰਦਾ ਜੀ ਇੰਟਰਨੈਸ਼ਨਲ ਪਲੇਅਰ ਨੇ ਆਤਮ ਹੱਤਿਆ ਕਰ ਲਈ। ਜੇ ਹਥਿਆਰ ਚੱਕਦੇ ਆ ਜੀ ਤਾਂ ਸਾਨੂੰ ਮੀਡੀਆ ਵਾਲੇ ਕਹਿੰਦੇ ਆ ਗੈਂਗਸਟਰ ਹੈ। ਗੈਂਗਸਟਰ ਕਹਿ ਕੇ ਮਾਰਿਆ ਜਾਂਦਾ ਜੀ ਸਾਨੂੰ। ਉੱਥੇ ਆਏ ਵੀ ਦੇਖੋ ਜੀ ਵੀ ਪਲੇਅਰ ਮਾਰਤਾ ਕੋਈ, ਉੱਥੇ ਆਏ ਨਹੀਂ ਨਾ ਦੇਖਦੇ ਵੀ ਅੱਜ ਕੋਈ ਪਲੇਅਰ ਮਰਿਆ। ਜੈਪਾਲ ਭੁੱਲਰ ਮਰਿਆ ਜੀ, ਉਹ ਨੈਸ਼ਨਲ ਪਲੇਅਰ ਸੀ ਜੀ ਜਿਹੜਾ ਮਰਿਆ। ਕਦੇ ਕਿਸੇ ਨੇ ਮੀਡੀਆ ਵਾਲੇ ਨੇ ਨਹੀਂ ਦਿਖਾਇਆ ਵੀ ਉਹ ਪਲੇਅਰ ਸੀ ਜੀ। ਜੇ ਤੰਦਰੁਸਤ ਪੰਜਾਬ ਨੂੰ ਤੰਦਰੁਸਤੀ ਰੱਖਣਾ ਚਾਹੁੰਦੇ ਹੋ ਤਾਂ ਤੰਦਰੁਸਤ ਮੁੰਡਿਆਂ ਬੰਨੀ ਵੀ ਧਿਆਨ ਦਿਓ ਜੀ। ਤੰਦਰੁਸਤ ਪੰਜਾਬ ਫੇਰ ਹੀ ਰਹੂਗਾ ਜੀ ਜੇ ਕੁਝ ਖਾਊਗਾ। ਅਸੀਂ ਮੈਡਲ ਤਾਂ ਖਾ ਨਹੀਂ ਸਕਦੇ ਜੀ। ਨੈਸ਼ਨਲ ਰਿਕਾਰਡ ਹੋਲਡਰ ਹਾਂ ਮੈਂ, ਆਪਦਾ ਹੀ ਰਿਕਾਰਡ ਤੋੜ ਕੇ ਮੈਂ ਦੁਬਾਰੇ ਫੇਰ ਆਪਦਾ ਹੀ ਲਾਇਆ ਨੈਸ਼ਨ ਤੇ। ਤੇ ਏਸ਼ੀਆ ਦਾ ਚੈਂਪੀਅਨ ਹੈ ਜੀ ਜਿਹੜਾ ਮੈਂ ਬਠਿੰਡੇ ਜ਼ਿਲ੍ਹੇ ਨੂੰ 15 ਸਾਲ ਬਾਅਦ 골ਡ ਦਿੱਤਾ ਹੈ। 15 ਸਾਲ ਪਹਿਲਾਂ ਇੱਕ ਕੁੜੀ ਸੀ ਸਾਡੀ ਜਿਹੜੀ ਜਿੱਤ ਗਈ ਸੀ, ਉਹ ਸਿਲਵਰ ਮੈਡਲ ਜਿੱਤ ਗਈ ਸੀ। ਉਸ ਤੋਂ ਬਾਅਦ ਮੈਂ 15 ਸਾਲਾਂ ਬਾਅਦ ਮੈਂ ਮਨਪ੍ਰੀਤ ਜੀ ਨੂੰ ਵੀ ਦੱਸਿਆ ਵੀ ਸੀ, ਮਨਪ੍ਰੀਤ ਬਾਦਲ ਜੀ ਨੂੰ ਵੀ ਮੈਂ ਮਿਲਿਆ ਸੀ ਉਦੋਂ ਵੀ ਜੀ ਮੈਂ ਤੁਹਾਡੇ ਜ਼ਿਲ੍ਹੇ ਨੂੰ 15 ਸਾਲਾਂ ਬਾਅਦ 골ਡ ਦੇ ਰਿਹਾ। ਜਿਹੜਾ ਸਿਲਵਰ ਮੈਡਲ ਨੂੰ 골ਡ 'ਚ ਤਬਦੀਲ ਕੀਤਾ ਸੀ ਜੀ ਮੈਂ, ਉਹ ਲੇਡੀਜ਼ ਦਾ ਮੈਡਲ ਮੈਂ 골ਡ 'ਚ ਤਬਦੀਲ ਕਰਕੇ ਲੈ ਕੇ ਆਇਆ। ਪਰ ਮੇਰੀ ਕੋਈ ਸੁਣਵਾਈ ਨਹੀਂ ਸੀ। ਕੋਈ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ ਮੈਂ। ਕੋਈ ਕਹਿੰਦਾ ਨਹੀਂ ਜੀ ਵੀ ਮੈਨੂੰ ਅਫਸਰ ਲਾਓ ਜਾਂ A ਕਲਾਸ ਦੀ ਦਿਓ ਜਾਂ B ਕਲਾਸ ਦੀ ਦਿਓ, ਚਾਹੇ ਮੈਨੂੰ C ਕਲਾਸ ਦੀ D ਕਲਾਸ ਦੀ ਪੋਸਟ ਦਿਓ, ਪਰ ਮੈਨੂੰ ਰੁਜ਼ਗਾਰ ਦਿਓ ਜੀ। ਮੈਂ ਭੁੱਖਾ ਮਰ ਰਿਹਾ ਜੀ ਹੁਣ। ਨਾ ਤਾਂ ਮੈਂ ਇਹ ਮੈਡਲ ਖਾ ਸਕਦਾ ਜੀ ਮੈਂ, ਨਾ ਮੈਂ ਟਰਾਫੀਆਂ ਖਾ ਸਕਦਾ, ਕਿਉਂਕਿ 8000 ਰੁਪਈਆ ਮੈਂ ਕਿਸ਼ਤ ਭਰਦਾ ਜੀ। 8855 ਰੁਪਏ ਬੈਂਕ ਦੀ, ਜਿਹੜਾ ਮੇਰਾ ਮਕਾਨ ਗਹਿਣੇ ਪਿਆ ਜੀ ਉਹਦੀ। ਮੈਨੂੰ ਲੱਗਦਾ ਨਹੀਂ ਵੀ ਮੈਂ ਉਹ ਕਿਸ਼ਤ ਵੀ ਭਰਨ ਜੋਗਰਾ ਰਹੂੰਗਾ ਜੀ। ਮੈਂ 2 ਇੰਟਰਨੈਸ਼ਨਲ ਖੇਡਿਆ। ਮੈਂ ਇੱਕ ਏਸ਼ੀਆ ਦੀ ਮੈਂ 70000 ਰੁਪਏ ਐਂਟਰੀ ਭਰੀ ਹੈ ਜੀ। ਵਰਲਡ ਦੀ ਮੈਂ 1,30,000 ਰੁਪਏ ਐਂਟਰੀ ਭਰੀ ਹੈ ਜੋ ਸਾਊਥ ਅਫਰੀਕਾ ਗਿਆ ਜੀ। ਮੈਂ ਉਹਦੇ 'ਚ ਮੇਰੇ 50,000 ਰੁਪਏ ਮੈਂ ਨਾਲ ਵੀ ਲੈ ਕੇ ਗਿਆ ਜੀ, ਜਿਹਦੇ ਵਿੱਚੋਂ ਮੇਰੇ ਉੱਥੇ ਕਾਸਟਮ ਪਾਸ ਨਹੀਂ ਕੀਤੇ ਗਏ। 20,000 ਰੁਪਏ ਦਾ ਇੱਕ ਕਾਸਟਮ ਹੈ ਜੀ ਮੇਰਾ। ਮੈਂ 2 ਕਾਸਟਮ ਹੀ ਲੈ ਲਏ ਉੱਥੇ 40,000 ਰੁਪਏ ਦੇ ਜੀ। ਮੇਰੇ ਕੋਲੇ ਖਾਣ ਨੂੰ ਵਾਲਾ ਕਿ ਉੱਥੇ ਕੋਈ ਪੈਸਾ ਨਹੀਂ ਸੀ। 10,000 ਰੁਪਏ ਦਾ ਉੱਥੇ ਮੈਨੂੰ 1000 ਰੈਂਡ ਮਿਲਿਆ ਸੀ ਜੀ ਉੱਧਰਲਾ। 1000 ਨਾਲ ਮੈਂ ਕੀ ਖਾ ਲੈਂਦਾ ਤੇ ਕੀ ਜਿੱਤ ਕੇ ਦੇ ਦਿੰਦਾ ਜੀ ਸਰਕਾਰ ਨੇ। ਮੇਰੇ 4 ਮੈਡਲ ਨੈਸ਼ਨਲ 'ਚੋਂ ਜੀ, 7-8 ਪਤਾ ਨਹੀਂ 10 ਹੈ ਮੈਨੂੰ। ਸਟੇਟ 'ਚੋਂ ਤਾਂ ਮੈਂ ਕਦੇ ਗਿਣੇ ਨਹੀਂ ਜੀ। ਹਾਂਜੀ, ਸਟੇਟ 'ਚੋਂ ਵੀ ਮੇਰੇ ਲਗਭਗ 5-6 골ਡ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਕਿ ਤਰਸ ਦੇ ਆਧਾਰ ਤੇ ਮੈਂ ਨੌਕਰੀਆਂ ਦਿੱਤੀਆਂ, ਵਿਧਾਇਕਾਂ ਦੇ ਮੁੰਡਿਆਂ ਨੂੰ ਦੇਤੀਆਂ, ਪਰ ਇਹ ਮੁੰਡੇ ਦਿਖੇ ਨਹੀਂ ਉਹਨਾਂ ਨੂੰ। ਉਹੀ ਤਾਂ ਕਹਿਣਾ ਜੀ, MLA ਸਾਹਿਬ ਦੇ ਬੱਚਿਆਂ ਨੂੰ ਤਾਂ ਨੌਕਰੀ ਦੇਤੀਆਂ, ਤੇ ਜਿਹੜੇ ਹੀਰੇ ਆ ਟਿਕਟੌਕ ਤੇ ਹੋਰ ਹੀ ਕੁਝ ਦਿਸਦਾ। ਕੈਪਟਨ ਸਾਹਿਬ ਨੂੰ ਪਤਾ ਨਹੀਂ ਕੁਝ ਹੋਰ ਹੀ ਕੁਝ ਦੇਖਦੇ ਨੇ। ਇਹਦੀ ਸੋਚ ਸੀ ਮੈਂ DSP ਭਰਤੀ ਹੋਵਾਂ, ਮੈਨੂੰ ਐਂ ਰੱਖਣ DSP ਸਿੱਧਾ ਘਰੇ ਆ ਕੇ। ਤੇ ਉਹ DSP ਜਿਹੜੀ ਇਹਦੇ ਮਨ 'ਚ ਗੱਲ ਹੈ, DSP ਦਾ ਇੰਸਪੈਕਟਰ ਹੀ ਰੱਖ ਲੈਣ। ਹੱਥ ਬੰਨ੍ਹ ਕੇ ਬੇਨਤੀ ਆ, ਜੇ ਹੀਰੇ ਨੂੰ ਨੌਕਰੀ ਦਿੱਤੀ ਤਾਂ ਪੰਜਾਬ ਦੇ ਵਿੱਚ ਅਨੇਕਾਂ ਹੀਰੇ ਪੈਦਾ ਹੋਣਗੇ ਇਹਨੂੰ ਦੇਖ ਕੇ। 4 ਮਹੀਨੇ 5 ਮਹੀਨੇ ਦੁਕਾਨਾਂ ਬੰਦ ਰਹੀਆਂ ਜੀ, ਤੇ ਪਿਛਲੇ ਸਾਲ ਵੀ 5 ਮਹੀਨੇ ਬੰਦ ਰਹੀਆਂ। ਉਹ ਸਾਨੂੰ ਹੀ ਪਤਾ ਜੀ ਗੁਜ਼ਾਰਾ ਅਸੀਂ ਕਿਵੇਂ ਕੀਤਾ ਕਰਦਾ। ਅਸੀਂ ਕਿਸੇ ਦੇ ਦਿਹਾੜੀ ਗਏ ਜੀ, ਕਿਤੇ ਝੋਨੇ ਦੀਆਂ ਤੂੜੀ ਦੀਆਂ ਦਿਹਾੜੀਆਂ ਤੱਕ ਮੈਂ ਲਾਈਆਂ ਜੀ। ਯੂਪੀ ਸਟੇਟ ਹੋ ਗਈ, ਰਾਜਸਥਾਨ ਸਟੇਟ ਹੋ ਗਈ, ਉਹ ਨੈਸ਼ਨਲ ਨੂੰ 5 ਲੱਖ, 골ਡ ਨੂੰ ਜੀ, ਸਿਲਵਰ ਨੂੰ 3 ਲੱਖ, ਬਰਾਊਂਜ ਨੂੰ 2 ਲੱਖ, ਸਟੇਟ ਮੈਡਲ ਨੂੰ ਲੱਖ ਰੁਪਈਆ ਤੱਕ ਦੇ ਰਹੀ ਹੈ। ਇੱਥੇ ਸਾਡੀ ਜੀ ਜੇ ਅਸੀਂ ਨੈਸ਼ਨਲ 'ਚੋਂ ਮੈਡਲ ਲੈ ਆਉਣੇ ਆ ਨਾ ਤਾਂ ਸਿਫਾਰਸ਼ ਕਰਕੇ ਨਿਊਜ਼ ਪੇਪਰ 'ਚ ਖਬਰ ਲਵਾਉਣੀ ਪੈਂਦੀ ਹੈ। ਮੈਂ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਜਦੋਂ ਸਾਡੀ ਇੰਟਰਵਿਊ ਦੇਖ ਰਹੇ ਹੋਣਗੇ ਤਾਂ ਸ਼ਾਇਦ ਮੇਰੇ ਹੱਥ ਦੇ ਵਿੱਚ ਆ ਮੈਡਲਾਂ ਦਾ ਥੱਬਾ ਜੋ ਫੜਿਆ ਹੋਇਆ ਇਹ ਵੀ ਜ਼ਰੂਰ ਦਿਖਾਈ ਦਿੰਦਾ ਹੋਵੇਗਾ। ਇਹ ਮੈਡਲ ਇਹ ਮੈਂ ਨਹੀਂ ਜਿੱਤੇ, ਇਹ ਮੈਡਲ ਤੁਹਾਡੇ ਹੀ ਪੰਜਾਬ ਦੇ ਇਸ ਹੋਣਹਾਰ ਇੱਕ ਨੌਜਵਾਨ ਦੇ ਵੱਲੋਂ ਜਿੱਤੇ ਗਏ ਨੇ, ਜੋ ਮਿੱਟੀ ਦੇ ਨਾਲ ਮਿੱਟੀ ਹੋਇਆ, ਆਪਣੀਆਂ ਹੱਡੀਆਂ ਪਸਲੀਆਂ ਵੀ ਤੜਵਾ ਦਿੱਤੀਆਂ, ਜਿਸ ਨੇ ਇਹਨਾਂ ਮੈਡਲਾਂ ਨੂੰ ਜਿੱਤਣ ਲਈ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ, ਭਾਰਤ ਦਾ ਨਾਮ ਰੌਸ਼ਨ ਕਰਨ ਲਈ, ਤੁਹਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਦੇ ਲਈ। ਅਕਸਰ ਅਸੀਂ ਇੱਕ ਧੱਬਾ ਪੰਜਾਬ ਤੇ ਲੱਗਦਾ ਆ ਕਿ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਵਿੱਚ ਗਲਤਾਨ ਹੁੰਦੇ ਜਾ ਰਹੇ ਨੇ, ਪਰ ਨਹੀਂ, ਇਹ ਨੌਜਵਾਨ ਉਹ ਨੌਜਵਾਨ ਨੇ ਜੋ ਪੰਜਾਬ ਦਾ ਨਾਮ ਵੀ ਰੌਸ਼ਨ ਕਰ ਰਹੇ ਨੇ। ਇੱਕ ਤੁਹਾਡੇ ਉਹਨਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰ ਰਹੇ ਨੇ ਕਿ ਅਸੀਂ ਨਸ਼ਿਆਂ ਵਿੱਚ ਨਹੀਂ ਆ, ਅਸੀਂ ਉਹ ਦੇਸ਼ ਦੇ ਖਿਡਾਰੀ ਹਾਂ ਜੋ ਜਿੱਤਣਾ ਵੀ ਜਾਣਦੇ ਹਾਂ ਔਰ ਇਹਨਾਂ ਵੱਡੇ ਵੱਡੇ ਮੈਡਲਾਂ ਨੂੰ ਅਸੀਂ ਹਾਸਲ ਕਰਨਾ ਵੀ ਜਾਣਦੇ ਹਾਂ। ਬਿਲਕੁਲ ਜੀ, ਮੈਂ ਗੱਲ ਕਰ ਰਹੀ ਸੀ ਕਿ ਬੀਤੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋਈ ਹੈ, ਇੱਕ ਇੰਟਰਵਿਊ ਵੀ ਜਸ ਗਰੇਵਾਲ ਉਹਨਾਂ ਨੇ ਕੀਤੀ ਸੀ, ਉਸ ਨੌਜਵਾਨ ਨੂੰ ਬਾਹਰ ਲੈ ਕੇ ਆਏ ਸੀ। ਉਹ ਨੌਜਵਾਨ ਜਿਸ ਨੌਜਵਾਨ ਨੇ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚ ਵਰਲਡ ਪਾਵਰ ਲਿਫਟਿੰਗ ਦੇ ਵਿੱਚ ਆਪਣਾ ਨਾਮ ਚਮਕਾਇਆ ਹੈ। ਇੰਦਰਜੀਤ ਸਿੰਘ ਹੋਣੀ ਸਾਡੇ ਨਾਲ ਮੌਜੂਦ ਨੇ, ਮੁਲਾਕਾਤ ਕਰਨ ਲਈ ਪਹੁੰਚੇ ਹੋਇਆ। ਆ ਡੱਬੇ ਦੇ ਵਿੱਚ ਉਹਨਾਂ ਦੇ ਨਾਲ ਮੈਡਲ ਸੀ ਜਿਹੜੇ ਬੰਦ ਕੀਤੇ ਹੋਏ ਸੀ, ਪਰ ਅੱਜ ਇਹ ਮੈਡਲ ਮੀਡੀਆ ਦੇ ਵੱਲੋਂ ਆ ਕੇ ਕਢਵਾਏ ਗਏ ਨੇ। ਪਰ ਅੰਦਰ ਕਿੰਨਾ ਦਰਦ ਲਕੋਈ ਬੈਠਾ ਹੈ ਨੌਜਵਾਨ, ਕਿਹੜਾ ਦਰਦ ਹੈ ਉਹਦੇ ਅੰਦਰ, ਇੱਕ ਵਾਰ ਮੁਲਾਕਾਤ ਕਰਦੇ ਉਹਨਾਂ ਦੇ ਨਾਲ। ਸਵਾਗਤ ਇੰਦਰਜੀਤ ਦਿੱਲੀ ਪੋਸਟ ਪੰਜਾਬ ਵਿੱਚ। ਭਾਵੁਕ ਫਿਰ ਹੋ ਗਏ ਹੋ, ਕੀ ਗੱਲ ਹੋ ਗਈ ਹੈ? ਕਿਉਂ ਭਾਵੁਕ ਹੋ ਜਾਂਦੇ ਹੋ ਤੁਸੀਂ? ਤੁਸੀਂ ਇੰਨਾ ਭਾਵੁਕ ਨਾ ਹੋਵੋ, ਅਸੀਂ ਇਹ ਦਰਦ ਦੇਖ ਕੇ ਇੱਥੇ ਆਏ ਆ। ਇੰਦਰਜੀਤ ਤੁਹਾਡਾ ਕਿੱਧਰ ਨੂੰ ਜਾਈਏ ਅਸੀਂ ਦੱਸੋ? ਤੁਸੀਂ ਤਾਂ ਇੰਨੇ ਬਹਾਦਰ ਹੋ, ਇੰਨੀ ਬਹਾਦਰੀ ਦੇ ਨਾਲ 골ਡ ਮੈਡਲ ਜਿੱਤ ਲਏ, ਮੇਰੇ ਪਿੱਛੇ ਇੰਨੀਆਂ ਟਰੋਫੀਆਂ ਪਈਆਂ ਉਹ ਜਿੱਤ ਲੀਆਂ, ਇੰਨੇ ਸਰਟੀਫਿਕੇਟ ਤੁਹਾਡੇ ਹੱਥਾਂ 'ਚ ਆ ਗਏ, ਤੇ ਅੱਜ ਇੰਨਾ ਦਰਦ ਕਿਉਂ ਸੀਨੇ 'ਚ ਲੁਕੋਈ ਬੈਠੇ ਹੋ? ਤੁਹਾਡੇ ਸਾਹਮਣੇ ਆ ਮੈਡਮ, ਇਹਨਾਂ ਨੂੰ ਖਾ ਤਾਂ ਸਕਦੇ ਨਹੀਂ ਅਸੀਂ ਜੀ। ਹੱਕ ਮੰਗਦੇ ਆ, ਹੱਕ ਵੀ ਨਹੀਂ ਮਿਲ ਰਿਹਾ ਸਾਨੂੰ ਸਾਡਾ। ਮੰਤਰੀ ਸਾਹਿਬ ਕਿ ਮੈਂ ਇਹੀ ਦੁਆ ਕਰਦਾ ਜੀ, ਮੈਨੂੰ ਮੇਰਾ ਬਣਦਾ ਹੱਕ ਦਿੱਤਾ ਜਾਵੇ। ਪਲੀਜ਼ ਤੁਸੀਂ ਵੀ ਉਹਨਾਂ ਤੱਕ ਪਹੁੰਚ ਕਰੋ ਜੀ। ਤੁਸੀਂ ਪਹਿਲਾਂ ਠੀਕ ਹੋ ਜਾਓ, ਹੈ ਨਾ। ਭਾਵੁਕ ਮੈਂ ਮੰਨਦੀ ਹਾਂ ਤੁਹਾਡੇ ਅੰਦਰ ਬਹੁਤ ਦਰਦ ਹੈ, ਕਿਉਂਕਿ ਜਿਸ ਬੰਦੇ ਨੇ ਦਿਨ ਰਾਤ ਇੱਕ ਕੀਤਾ ਹੋਵੇ ਨਾ, ਉਸ ਬੰਦੇ ਦੇ ਅੰਦਰ ਬਹੁਤ ਵੱਡਾ ਦਰਦ ਹੁੰਦਾ ਹੈ ਕਿ ਮੈਂ ਤਾਂ ਸਭ ਕੁਝ ਆਪਣਾ ਗਵਾ ਲਿਆ, ਘਰ ਤੱਕ ਜਿਹੜਾ ਗਹਿਣੇ ਪਿਆ ਹੋਇਆ। ਇੰਦਰਜੀਤ ਹੋਣਾ ਦਾ ਘਰ ਦੇ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ। ਇੰਦਰਜੀਤ ਜਦੋਂ ਆ ਕੇ ਗੱਲ ਕੀਤੀ ਸੀ ਨਾ, ਬੜਾ ਮਨ ਨੂੰ ਦੁੱਖ ਹੁੰਦਾ ਸੀ ਉਸ ਦੌਰਾਨ ਵੀ ਕਿ ਘਰ ਵੀ ਗਹਿਣੇ ਹੈ, ਕਿਰਾਏ ਤੇ ਇਸ ਵੇਲੇ ਇੱਥੇ ਰਹਿ ਰਹੇ ਨੇ, ਔਰ ਆ ਇੰਨੇ ਕਿਲੋਆਂ ਦੇ ਇੰਨੇ ਭਾਰੇ ਮੈਡਲ ਜਿਹੜੇ ਜਿੱਤੇ ਨਾ, ਇਹ ਕੋਈ ਸੌਖੀ ਗੱਲ ਨਹੀਂ ਹੈ ਜਿੱਤਨੇ ਵੀ। ਇੰਦਰਜੀਤ ਸਭ ਤੋਂ ਪਹਿਲਾਂ ਕਿ ਤੁਸੀਂ ਸ਼ੁਰੂਆਤ ਕਦੋਂ ਕਰਦੇ ਹੋ ਵੇਟ ਲਿਫਟਿੰਗ ਚਾਹਣ ਦੇ ਲਈ? 11 ਦੇ ਵਿੱਚ ਮੈਂ ਪਾਵਰ ਲਿਫਟਿੰਗ ਸਟਾਰਟ ਕੀਤੀ ਹੈ ਜੀ। ਜਿਹੜਾ 13 ਦੇ ਵਿੱਚ ਮੈਂ ਮੈਡਲ ਜਿੱਤਿਆ, ਜੋ ਮੇਰੇ ਕੋਲ ਟੁੱਟ ਚੁੱਕਿਆ ਜੀ। ਹਾਂ, ਇਹ 골ਡ ਮੈਡਲ ਹੈ ਜੀ, ਜੋ ਮੈਂ ਕਿਤੇ ਟੰਗ ਵੀ ਨਹੀਂ ਸਕਿਆ, ਮੇਰੇ ਕੋਲ ਟੰਗਣ ਨੂੰ ਵੀ ਜਗ੍ਹਾ ਨਹੀਂ। ਤੇ ਬਾਕੀ ਲਗਾਤਾਰ ਜੀ ਮੈਂ, ਤੁਸੀਂ ਆ ਦੇ ਲਓ ਵੀ 20 ਤੱਕ ਮੈਡਲ ਜਿੱਤਦਾ ਆ ਰਿਹਾ। ਤੇ 18 ਦੇ ਵਿੱਚ ਜੀ ਮੈਂ ਲਗਾਤਾਰ 3 ਨੈਸ਼ਨਲ 'ਚੋਂ ਮੈਡਲ ਆ ਜੀ। ਨੈਸ਼ਨਲ ਰਿਕਾਰਡ ਹੋਲਡਰ ਹਾਂ ਜੀ ਮੈਂ। ਆਪਦਾ ਹੀ ਰਿਕਾਰਡ ਤੋੜ ਕੇ ਮੈਂ ਦੁਬਾਰੇ ਫੇਰ ਆਪਦਾ ਹੀ ਲਾਇਆ ਨੈਸ਼ਨਲ 'ਤੇ ਜੀ। ਤੇ ਏਸ਼ੀਆ ਦਾ ਚੈਂਪੀਅਨ ਹੈ ਜੀ, ਜਿਹੜਾ ਮੈਂ ਬਠਿੰਡੇ ਜ਼ਿਲ੍ਹੇ ਨੂੰ 15 ਸਾਲ ਬਾਅਦ 골ਡ ਦਿੱਤਾ। 15 ਸਾਲ ਪਹਿਲਾਂ ਇੱਕ ਕੁੜੀ ਸੀ ਸਾਡੀ ਜਿਹੜੀ ਜਿੱਤ ਗਈ ਸੀ, ਉਹ ਸਿਲਵਰ ਮੈਡਲ ਜਿੱਤ ਗਈ ਸੀ। ਉਸ ਤੋਂ ਬਾਅਦ ਮੈਂ 15 ਸਾਲਾਂ ਬਾਅਦ ਮੈਂ ਮਨਪ੍ਰੀਤ ਜੀ ਨੂੰ ਵੀ ਦੱਸਿਆ ਵੀ ਸੀ, ਮਨਪ੍ਰੀਤ ਬਾਦਲ ਜੀ ਨੂੰ ਵੀ ਮੈਂ ਮਿਲਿਆ ਸੀ ਉਦੋਂ, ਵੀ ਜੀ ਮੈਂ ਤੁਹਾਡੇ ਜ਼ਿਲ੍ਹੇ ਨੂੰ 15 ਸਾਲਾਂ ਬਾਅਦ 골ਡ ਦੇ ਰਿਹਾ, ਜਿਹੜਾ ਸਿਲਵਰ ਮੈਡਲ ਨੂੰ 골ਡ 'ਚ ਤਬਦੀਲ ਕੀਤਾ ਸੀ ਜੀ। ਮੈਂ ਉਹ ਲੇਡੀਜ਼ ਦਾ ਮੈਡਲ ਮੈਂ 골ਡ 'ਚ ਤਬਦੀਲ ਕਰਕੇ ਲੈ ਕੇ ਆਇਆ ਜੀ, ਪਰ ਮੇਰੀ ਕੋਈ ਸੁਣਵਾਈ ਨਹੀਂ ਸੀ। ਇੰਨੇ 골ਡ ਮੈਡਲ ਜਿੱਤ ਲਏ ਔਰ ਬਹੁਤ ਸਾਰੀਆਂ ਟਰੋਫੀਆਂ ਜਿੱਤ ਲੀਆਂ, ਹੱਥਾਂ 'ਚ ਸਰਟੀਫਿਕੇਟ ਆ ਗਏ, ਬਸ ਇੱਕ ਨੌਕਰੀ ਮੰਗ ਰਹੇ ਸੀ, ਉਹ ਵੀ ਆਪਣੀ ਕਾਬਲੀਅਤ ਦੇ ਆਧਾਰ ਤੇ, ਉਹ ਨਹੀਂ ਮਿਲ ਰਹੀ। ਦਰਵਾਜ਼ੇ ਕਿਹਦੇ ਕਿਹਦੇ ਖੜਕਾਏ, ਕਿਹੜੇ ਕਿਹੜੇ ਮੰਤਰੀਆਂ ਦੇ? ਪਹਿਲਾਂ ਤਾਂ ਸਾਡੇ ਹਲਕਾ ਸਾਹਿਬ ਦੇ ਮੰਤਰੀ ਜੀ, ਕਾਂਗੜ ਮਿਨਿਸਟਰ ਕਾਂਗੜ ਸਾਹਿਬ, ਜੋ ਪਹਿਲਾਂ ਹਾਂਜੀ ਬਿਜਲੀ ਮੰਤਰੀ ਵੀ ਰਹੇ ਨੇ, ਹੁਣ ਮਾਲ ਮੰਤਰੀ ਨੇ, ਉਹਨਾਂ ਨੂੰ ਵੀ ਮੈਂ ਮਿਲਿਆ ਜੀ, ਕਾਫੀ ਵਾਰ ਮਿਲਿਆ। ਉਹਨਾਂ ਦਾ ਮੇਰੇ ਕੋਲ ਪਰਸਨਲ ਨੰਬਰ, ਮੈਂ ਫੋਨ 'ਤੇ ਵੀ ਗੱਲ ਕਰ ਲੈਂਦਾ ਜੀ। ਉਹਨਾਂ ਨੇ ਵੀ ਮੈਨੂੰ ਉਹਨਾਂ ਨੇ ਦਿਲਾਸਾ ਦਿੱਤਾ ਜੀ ਵੀ ਤੈਨੂੰ ਨੌਕਰੀ ਦੇਵਾਂਗੇ, ਜਦੋਂ ਮੈਂ ਚਾਹੁੰਦਾ ਹੋਇਆ ਪਿਆ ਹੋ ਜਾਊਗਾ ਜੀ, ਪਰ ਉਹਨਾਂ ਨੇ ਮੈਨੂੰ ਕਦੇ ਨਾ ਨਹੀਂ ਕੀਤੀ। ਮੈਨੂੰ ਹਜੇ ਵੀ ਆਸ ਹੈ ਵੀ ਮੇਰੀ ਖਬਰਾਂ ਬਾਂਹ ਫੜਨ ਜੀ। ਹਾਂਜੀ, ਮੈਂ ਉਹਨਾਂ ਅੱਗੇ ਦੁਆ ਕਰਦਾ, ਹੱਥ ਜੋੜਦਾ ਜੀ ਵੀ ਮੈਨੂੰ ਸੁਣੋ। ਮੈਨੂੰ ਵੀ ਹੁਣ 4.5 ਸਾਲ ਲੰਘ ਚੁੱਕੇ ਜੀ, ਵੀ ਹੁਣ ਤਾਂ ਮੈਨੂੰ ਨੌਕਰੀ ਦੇ ਦਿਓ।
ਤੁਸੀਂ ਜਿਸ ਤਰ੍ਹਾਂ ਮਨਪ੍ਰੀਤ ਬਾਦਲ ਹੋਣਾ ਨੂੰ ਮਿਲੇ ਹੋ, ਗੁਰਪ੍ਰੀਤ ਕਾਂਗੜ ਹੋਣਾ ਨੂੰ ਮਿਲੇ ਹੋ, ਹੋਰ ਵੀ ਮੰਤਰੀਆਂ, ਸੀਐਮ ਨਾਲ ਕਦੀ ਮੁਲਾਕਾਤ ਦਾ ਸਬੱਬ ਨਹੀਂ ਬਣਿਆ? ਸੀਐਮ ਸਾਹਿਬ ਦੇ ਚੰਡੀਗੜ੍ਹ ਗਿਆ ਸੀ ਜੀ ਮੈਂ ਸੀਐਮ ਹਾਊਸ 'ਚ। ਐਪਲੀਕੇਸ਼ਨ ਮੇਰੀ ਉੱਥੇ ਪੜੀ ਸੀ, ਸਾਡੇ ਪਿੰਡੋਂ ਮੁੰਡਾ ਜੀ ਇੱਕ ਸੀਐਮ ਹਾਊਸ 'ਚ, ਉਹਨਾਂ ਨੇ ਐਪਲੀਕੇਸ਼ਨ ਮਾਰਕ ਵੀ ਕਰਵਾ ਦਿੱਤੀ, ਪਰ ਸੀਐਮ ਸਾਹਿਬ ਨਾਲ ਮੁਲਾਕਾਤ ਨਹੀਂ ਹੋਈ। ਮੈਂ ਸੀਐਮ ਸਾਹਿਬ ਨੂੰ ਵੀ ਦੱਸਣਾ ਚਾਹੁੰਦਾ ਜੀ, ਮੈਂ ਫੂਲ ਮਹਾਰਾਜ ਦਾ, ਉਹਨਾਂ ਦੇ ਪੁਰਖਿਆਂ ਦੇ ਪਿੰਡ ਦਾ, ਵੀ ਮੇਰੇ ਬੰਨੀ ਦਾ ਝਾਕੋ ਜੀ, ਹੋਰ ਬੰਨੀ ਤਾਂ ਚਲੋ ਬਾਅਦ 'ਚ ਦੀਆਂ ਗੱਲਾਂ, ਮੈਂ ਤਾਂ ਉਹਨਾਂ ਦੇ ਪਿੰਡ ਦਾ ਬੰਦਾ ਜੀ, ਵੀ ਪਿੰਡ ਦੇ ਨੂੰ ਵੀ ਅਣਗੌਲਿਆ ਕਰ ਰਹੇ ਨੇ ਜੀ ਉਹ। ਮੈਂ ਉਹਨਾਂ ਨੂੰ ਵੀ ਕਹਿੰਦਾ ਵੀ ਬਸ ਮੇਰਾ ਬਣਦਾ ਅਧਿਕਾਰ ਦਿੱਤਾ ਜਾਵੇ ਜੀ, ਵੀ ਮੈਂ ਉਹ ਕੋਈ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ। ਮੈਂ ਕੋਈ ਕਹਿੰਦਾ ਨਹੀਂ ਜੀ ਵੀ ਮੈਨੂੰ ਅਫਸਰ ਲਾਓ ਜਾਂ A ਕਲਾਸ ਦੀ ਦਿਓ ਜਾਂ B ਕਲਾਸ ਦੀ ਦਿਓ, ਚਾਹੇ ਮੈਨੂੰ C ਕਲਾਸ ਦੀ D ਕਲਾਸ ਦੀ ਪੋਸਟ ਦਿਓ, ਪਰ ਮੈਨੂੰ ਰੁਜ਼ਗਾਰ ਦਿਓ ਜੀ। ਮੈਂ ਭੁੱਖਾ ਮਰ ਰਿਹਾ ਜੀ ਹੁਣ, ਨਾ ਤਾਂ ਮੈਂ ਇਹ ਮੈਡਲ ਖਾ ਸਕਦਾ ਜੀ, ਮੈਂ ਨਾ ਮੈਂ ਟਰਾਫੀਆਂ ਖਾ ਸਕਦਾ, ਖਾਣ ਲਈ ਤਾਂ ਮੈਨੂੰ ਰੋਟੀ ਚਾਹੀਦੀ ਹੈ ਜੀ। ਹਾਂਜੀ। ਦੱਸਣਾ ਚਾਹਾਂਗੀ ਕਿ ਇਸ ਵੇਲੇ ਇੰਦਰਜੀਤ ਇੱਕ ਚਾਹ ਵਾਲੀ ਦੁਕਾਨ ਤੇ ਆਪਣੀ ਹੀ ਇੱਥੇ ਦੁਕਾਨ ਹੈ ਇਹਨਾਂ ਦੀ, ਉਹਦੇ ਤੇ ਚਾਹ ਬਣਾਉਂਦੇ ਨੇ। ਕਿੰਨੇ ਕੁ ਗਾਹਕ ਦਿਨ 'ਚ ਆ ਜਾਂਦੇ ਹੋਣਗੇ ਤੇ ਚਾਹ ਦਾ ਕੱਪ ਬਣਾ ਕੇ ਵੇਚਦੇ ਨੇ। ਦੁੱਧ ਵੀ ਬਹੁਤ ਮਹਿੰਗਾ, ਮਹਿੰਗਾਈ ਵੀ ਬਹੁਤ ਹੋ ਚੁੱਕੀ ਹੈ। ਫਾਦਰ ਸਾਹਿਬ ਨਾਲ ਮਠਿਆਈ ਵੇਚ ਲੈਂਦੇ ਨੇ। ਔਰ ਜਿਹੜੀ ਇਹ ਦੁਕਾਨ ਹੈ ਇਹ ਤੁਸੀਂ ਫਿਰ ਕਿਰਾਏ ਤੇ ਲਈ ਹੋਈ ਹੈ? ਇਹ ਜੀ ਸਰਕਾਰੀ ਜਗ੍ਹਾ ਜੀ, ਸਰਕਾਰੀ ਜਗ੍ਹਾ ਤੇ ਖੋਖੇ ਧਰੇ ਹੋਏ ਨੇ। ਪਿੱਛੇ ਸਾਡੇ ਲਗਭਗ ਜਦੋਂ ਕਾਂਗੜ ਸਾਹਿਬ ਤੁਸੀਂ ਇੱਧਰ ਨੂੰ ਆਉਣੇ ਹੋ, ਮਿਨਿਸਟਰ ਸਾਹਿਬ ਦੇ ਏਰੀਏ ਤੋਂ ਸਾਡੇ ਤੋਂ ਭਾਈ ਰੁਪਏ ਤੱਕ ਸੜਕ ਬਣ ਕੇ ਆ ਚੁੱਕੀ ਚੌੜੀ, ਤੇ ਉਹ ਗਾਹਾਂ ਟੱਪਣੀ ਹੈ ਜੀ। ਆ ਦੁਕਾਨਾਂ ਸਾਰੀਆਂ ਵਿੱਚ ਆ ਰਹੀਆਂ ਉਹਦੇ, ਐਂ ਨਹੀਂ ਪਤਾ ਜੀ ਮਹੀਨੇ ਨੂੰ ਜਾਂ 2 ਮਹੀਨਿਆਂ ਨੂੰ ਇਹ ਵੀ ਨਾ ਰਹੇ ਮੇਰੇ ਕੋਲ। ਹਾਂਜੀ, ਕਿਉਂਕਿ 8000 ਰੁਪਈਆ ਮੈਂ ਕਿਸ਼ਤ ਭਰਦਾ ਜੀ, 8855 ਰੁਪਏ ਬੈਂਕ ਦੀ, ਜਿਹੜਾ ਮੇਰਾ ਮਕਾਨ ਗਹਿਣੇ ਪਿਆ ਜੀ ਉਹਦੀ। ਮੈਨੂੰ ਲੱਗਦਾ ਨਹੀਂ ਵੀ ਮੈਂ ਉਹ ਕਿਸ਼ਤ ਵੀ ਭਰਨ ਜੋਗਰਾ ਰਹੂੰਗਾ ਜੀ। ਫਿਰ ਕੀ ਕਾਰਨ ਰਿਹਾ ਇਹ ਮਕਾਨ ਗਹਿਣੇ ਕਰਨ ਦਾ, ਕਿ ਤੁਸੀਂ ਇੱਧਰ ਜਾਣਾ ਸੀਗਾ ਤਾਂ ਕਰਕੇ ਗਹਿਣੇ ਪਾਇਆ? ਮੈਂ 2 ਇੰਟਰਨੈਸ਼ਨਲ ਖੇਡਿਆ ਮੈਮ। ਇੱਕ ਏਸ਼ੀਆ ਦੀ ਮੈਂ 70000 ਰੁਪਏ ਐਂਟਰੀ ਭਰੀ ਹੈ ਜੀ, ਵਰਲਡ ਦੀ ਮੈਂ 1,30,000 ਰੁਪਏ ਐਂਟਰੀ ਭਰੀ ਹੈ ਜੋ ਸਾਊਥ ਅਫਰੀਕਾ ਗਿਆ ਜੀ ਮੈਂ। ਉਹਦੇ 'ਚ ਮੇਰੇ 50,000 ਰੁਪਏ ਮੈਂ ਨਾਲ ਵੀ ਲੈ ਕੇ ਗਿਆ ਜੀ, ਜਿਹਦੇ ਵਿੱਚੋਂ ਮੇਰੇ ਉੱਥੇ ਕਾਸਟਮ ਪਾਸ ਨਹੀਂ ਕੀਤੇ ਗਏ। 20,000 ਰੁਪਏ ਦਾ ਇੱਕ ਕਾਸਟਮ ਹੈ ਜੀ ਮੇਰਾ, ਮੈਂ 2 ਕਾਸਟਮ ਹੀ ਲੈ ਲਏ ਉੱਥੇ 40,000 ਰੁਪਏ ਦੇ ਜੀ। ਮੇਰੇ ਕੋਲੇ ਖਾਣ ਨੂੰ ਵਾਲਾ ਕਿ ਉੱਥੇ ਕੋਈ ਪੈਸਾ ਨਹੀਂ ਸੀ। 10,000 ਰੁਪਏ ਦਾ ਉੱਥੇ ਮੈਨੂੰ 1000 ਰੈਂਡ ਮਿਲਿਆ ਸੀ ਜੀ ਉੱਧਰਲਾ। 1000 ਨਾਲ ਮੈਂ ਕੀ ਖਾ ਲੈਂਦਾ ਤੇ ਕੀ ਜਿੱਤ ਕੇ ਦੇ ਦਿੰਦਾ ਜੀ ਸਰਕਾਰ ਨੂੰ। ਤੇ ਉੱਥੇ ਵੀ ਮੈਂ ਉਹ ਤਿਲਕਣ ਕਰਕੇ ਮੇਰੇ ਸੱਟ ਵੱਜ ਗਈ ਜੀ। ਸੈਨਿੰਗ ਵਾਲੇ ਮੈਚ ਸੀ, ਮੈਂ ਤਿਲਕ ਗਿਆ ਉੱਥੇ, ਸੱਟ ਵੱਜੀ ਮੇਰੇ। ਨਹੀਂ ਮੈਂ ਉੱਥੋਂ ਵਰਲਡ 'ਚੋਂ ਵੀ ਮੈਡਲ ਪੱਕਾ ਦਿੰਦਾ ਜੀ। ਮੈਂ ਹੁਣ ਵੀ ਆਸ ਕਰਦਾ ਸਰਕਾਰ ਨੂੰ, ਜੋ ਵਰਲਡ ਪਾਰਟੀਸਪੇਸ਼ਨ ਦਾ ਮੇਰੇ ਕੋਲੇ ਪਾਰਟੀਸਪੇਸ਼ਨ ਦਾ ਮੈਡਲ ਹੈ ਜੀ, ਮੈਂ ਉਹਨੂੰ ਗੋਲਡ 'ਚ ਤਬਦੀਲ ਕਰਕੇ ਦਊਂਗਾ ਹੀ ਦਊਂਗਾ ਜੀ। ਮੇਰਾ ਵਾਅਦਾ ਹੈ ਸਰਕਾਰ ਨਾਲ, ਇਹ ਅੱਜ ਨਹੀਂ 5 ਸਾਲਾਂ ਨੂੰ ਦੇਵਾਂ, 7 ਸਾਲਾਂ ਨੂੰ ਦੇਵਾਂ, ਪਰ ਦਊਂਗਾ ਜ਼ਰੂਰ ਜੀ। ਜਿੰਨਾ ਚਿਰ ਸਾਹ 'ਚ ਸਾਹ ਹੈ ਜੀ ਮੇਰੇ, ਉਹਨਾਂ ਚਿਰ ਮੈਂ ਕਰੂੰਗਾ ਪਾਵਰ ਲਿਫਟਿੰਗ। ਕਿੱਥੇ ਕਿੱਥੇ ਜਾ ਕੇ ਖੇਡ ਕੇ ਆਏ ਹੋ ਹੁਣ ਤੱਕ? ਆਲ ਇੰਡੀਆ ਖੇਡ ਲਿਆ ਜੀ ਮੈਂ, ਸਾਰੇ ਇੰਡੀਆ 'ਚ। ਮੇਰੇ 4 ਮੈਡਲ ਨੈਸ਼ਨਲ 'ਚੋਂ ਆ ਜੀ, 7-8 ਪਤਾ ਨਹੀਂ 10 ਹੈ ਮੈਨੂੰ। ਸਟੇਟ 'ਚੋਂ ਤਾਂ ਮੈਂ ਕਦੇ ਗਿਣੇ ਨਹੀਂ ਸੀ। ਹਾਂਜੀ, ਸਟੇਟ 'ਚੋਂ ਵੀ ਮੇਰੇ ਲਗਭਗ 5-6 ਗੋਲਡ ਹੈ ਜੀ, 2-3 ਸਿਲਵਰ ਹੈ। ਵੀ ਪਹਿਲੇ ਸਾਲ ਜਦੋਂ ਜੀ ਮੈਂ ਪਹਿਲੀ ਵਾਰ ਮੈਂ ਜਦੋਂ ਸਟੇਟ 'ਚੋਂ ਜਿੱਤਿਆ, ਮੈਂ ਗੋਲਡ ਹੀ ਜਿੱਤਿਆ ਜੀ। ਆਏ ਨਹੀਂ ਵੀ ਸਿਲਵਰ ਬਰਾਊਨ ਜਿੱਤਿਆ, ਮੈਂ ਗੋਲਡ ਮੈਡਲ ਹੀ ਜਿੱਤਿਆ। ਇੰਦਰਜੀਤ, ਜਦੋਂ ਤੁਸੀਂ ਜਾਂਦੇ ਹੁੰਦੇ ਸੀ ਖੇਡਣ ਦੇ ਲਈ, ਤੇ ਮੈਨੂੰ ਲੱਗਦਾ ਕਿ ਕਦੇ ਵੀ ਖਾਲੀ ਨਹੀਂ ਮੁੜੇ ਹੋਵੋਗੇ, ਹਮੇਸ਼ਾ ਹੱਥ 'ਚ ਮੈਡਲ ਲੈ ਕੇ ਆਏ ਹੋ ਤੁਸੀਂ, ਹੈ ਨਾ? ਤੇ ਜਦੋਂ ਘਰ ਆਉਂਦੇ ਹੁੰਦੇ ਸੀ ਕਿ ਮਾਂ-ਬਾਪ ਦੇਖਦੇ ਸੀ ਚਲੋ ਪੁੱਤ ਜਿੱਤ ਕੇ ਲੈ ਆਇਆ, ਬੇਸ਼ੱਕ ਕਰਜ਼ਾ ਸਿਰ ਤੇ ਚੜ੍ਹਦਾ ਜਾ ਰਿਹਾ ਸੀ ਤੁਹਾਡੇ, ਹੈ ਨਾ, ਪਰ ਉਹਨਾਂ ਨੂੰ ਖੁਸ਼ੀ ਤਾਂ ਹੁੰਦੀ ਹੋਏਗੀ। ਮੈਮ ਮੇਰੇ ਘਰ ਦੇ ਹੁਣੇ ਤਾਂ ਗੁਰਦੁਆਰੇ ਜੀ ਮੈਂ ਮੱਥੇ ਟੇਕੇ ਜੀ ਵੀ ਸਾਡਾ ਮੁੰਡਾ ਮੈਡਲ, ਪਰ ਫਿਰ ਵੀ ਮੇਰੀ ਕੋਈ ਸੁਣਵਾਈ ਨਹੀਂ। ਇੰਨੇ ਮੈਡਲ ਜਿੱਤ ਕੇ ਵੀ ਮੈਂ ਆ ਫਿਰਦਾ ਜੀ। ਦੱਸੋ ਹੁਣ ਤੁਸੀਂ ਮੈਂ ਕਿੱਧਰ ਜਾਵਾਂ? ਮਰ ਵੀ ਨਹੀਂ ਸਕਦੇ ਜੀ ਅਸੀਂ। ਜੇ ਮਰਦੇ ਆ ਤਾਂ ਅਗਲਾ ਕਹਿੰਦਾ ਜੀ ਇੰਟਰਨੈਸ਼ਨਲ ਪਲੇਅਰ ਨੇ ਆਤਮ ਹੱਤਿਆ ਕਰ ਲਈ। ਜੇ ਹਥਿਆਰ ਚੱਕਦੇ ਆ ਜੀ ਤਾਂ ਸਾਨੂੰ ਮੀਡੀਆ ਵਾਲੇ ਕਹਿੰਦੇ ਆ ਗੈਂਗਸਟਰ ਹੈ, ਗੈਂਗਸਟਰ ਕਹਿ ਕੇ ਮਾਰਿਆ ਜਾਂਦਾ ਜੀ ਸਾਨੂੰ। ਉੱਥੇ ਆਏ ਵੀ ਦੇਖੋ ਜੀ ਵੀ ਪਲੇਅਰ ਮਾਰਤਾ ਕੋਈ, ਉੱਥੇ ਆਏ ਨਹੀਂ ਨਾ ਦੇਖਦੇ ਵੀ ਅੱਜ ਕੋਈ ਪਲੇਅਰ ਮਰਿਆ। ਜੈਪਾਲ ਭੁੱਲਰ ਮਰਿਆ ਜੀ, ਉਹ ਨੈਸ਼ਨਲ ਪਲੇਅਰ ਸੀ ਜੀ ਜਿਹੜਾ ਮਰਿਆ। ਕਦੇ ਕਿਸੇ ਨੇ ਮੀਡੀਆ ਵਾਲੇ ਨੇ ਨਹੀਂ ਦਿਖਾਇਆ ਵੀ ਉਹ ਪਲੇਅਰ ਸੀ ਜੀ, ਸਭ ਨੂੰ ਇਹੀ ਦੱਸਿਆ ਵੀ ਉਹ ਗੈਂਗਸਟਰ ਸੀ। ਕਦੇ ਉਹਦੇ ਪਿੱਛੇ ਵੀ ਝਾਕ ਕੇ ਦੇਖੋ, ਉਹਦੇ ਡੈਡੀ ਥਾਣੇਦਾਰ ਨੇ ਜੀ ਨੇ। ਤੁਸੀਂ ਕਦੇ ਵੀ ਕੋਈ ਪੁਲਿਸ ਮੁਲਾਜ਼ਮ ਚਾਹੂਗਾ ਵੀ ਮੈਂ ਹੀ ਮੇਰੇ ਪੁੱਤ ਨੂੰ ਮਾਰਾਂ ਜੀ। ਇਹੋ ਜਿਹੀ ਪੈਦਾ ਹੋਣਗੇ ਜੀ ਜੋ ਸਰਕਾਰ ਕੁਛ ਦੇਊਗੀ ਨਾ ਜੀ। ਮੇਰੀ ਕੈਪਟਨ ਸਾਹਿਬ ਅੱਗੇ ਵੀ ਇਹੀ ਦੁਆ ਹੈ, ਮੈਂ ਮੰਗ ਕਰਦਾ ਜੀ ਵੀ ਮੈਂ ਤੁਹਾਡੇ ਪਿੰਡ ਦਾ ਜੀ, ਵੀ ਮੇਰੀ ਤਾਂ ਸੁਣੋ। ਮੇਰੇ ਏਰੀਏ ਦੇ ਬਠਿੰਡੇ ਜ਼ਿਲ੍ਹੇ ਦੇ ਅਸੀਂ 3 ਹੋ ਗਏ ਜੀ ਮੰਤਰੀ, 3 ਮੰਤਰੀ ਨੇ। ਮਾਲ ਮੰਤਰੀ ਨੇ ਜੀ, ਤੇ ਸਾਡੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ, ਜਿਨ੍ਹਾਂ ਨੂੰ ਮੈਂ 3 ਵਾਰੀ ਉਹਨਾਂ ਨੂੰ ਵੀ ਮਿਲਿਆ ਜੀ। ਉਹਨਾਂ ਨੇ ਵੀ ਮੈਨੂੰ ਦਿਲਾਸਾ ਦਿੱਤਾ, ਖੜੇ ਹੋ ਕੇ ਮੈਨੂੰ ਮਿਲੇ ਜੀ
ਵੀ ਤੈਨੂੰ ਪੁਲਿਸ ਚਲਾ ਦਾਂਗੇ, ਮੇਰੀ ਫਾਈਲ ਫੜ ਲਈ ਜੀ। ਤੇ ਪਰ ਮੇਰੀ ਫਾਈਲ ਦਾ ਕੋਈ ਜਵਾਬ ਨਹੀਂ। ਬਕਾਇਦਾ ਮੇਰਾ ਉਹ ਨੰਬਰ ਅਜੇ ਵੀ ਚੱਲਦਾ, ਜਿਹੜਾ ਮੈਂ ਫੋਨ ਦਾ ਨੰਬਰ ਉਹਨਾਂ ਨੂੰ ਦਿੱਤਾ ਜੀ, ਮੈਂ ਬੰਦ ਨਹੀਂ ਕੀਤਾ ਇਸੇ ਗੱਲ ਦੇ ਮਾਰੇ ਵੀ ਆਸ 'ਚ ਮੈਨੂੰ ਕਦੇ ਤਾਂ ਫੋਨ ਆਊਗਾ ਜੀ, ਪਰ ਕਦੇ ਵੀ ਕਿਸੇ ਦਾ ਫੋਨ ਨਹੀਂ ਆਇਆ ਜੀ ਮੈਨੂੰ। ਜਦੋਂ ਮੈਂ ਜਿੱਤ ਕੇ ਆਇਆ ਜੀ, ਮੈਨੂੰ ADC ਸਾਹਿਬ ਲੈ ਕੇ ਆਏ ਸੀ ਜੀ, ਉਹਨਾਂ ਨੂੰ ਵੀ ਮੈਂ ਮਿਸ਼ਨ ਤੰਦਰੁਸਤ ਪੰਜਾਬ ਦਾ ਆਗਾਜ਼ ਕੀਤਾ ਜਦੋਂ ਇਹਨਾਂ ਨੇ, ਉੱਥੇ ਮੈਨੂੰ ਇੱਕ ਐਡੀ ਸ਼ੀਲਡ ਦਿੱਤੀ ਜੀ, ਤੇ ਉੱਥੇ ਵੀ ਮੈਂ ਫਾਈਲ ਲੈ ਕੇ ਗਿਆ। ਉੱਥੋਂ ਵੀ ਮੈਨੂੰ DC ਸਾਹਿਬ ਨੇ ਕਹਿਤਾ ਵੀ ਅਸੀਂ ਫਾਈਲ ਨਹੀਂ ਲੈ ਸਕਦੇ ਜੀ, ਵੀ ਮੰਤਰੀ ਸਾਹਿਬ ਹੀ ਦੇਣਗੇ। ਫਿਰ ਸਾਡੇ 15 ਅਗਸਤ ਤੇ ਰਜੀਆ ਸੁਲਤਾਨ ਜੀ ਆਏ ਮੈਡਮ, ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਸੀ 15 ਅਗਸਤ ਤੇ ਜੀ। ਮੈਂ ਉਹਨਾਂ ਨੂੰ ਵੀ ਕਿਹਾ ਮੈਂ ਏਸ਼ੀਆ 'ਚੋਂ ਗੋਲਡ ਹੈ ਜੀ ਮੇਰਾ, 4 ਨੈਸ਼ਨਲ 'ਚੋਂ ਮੈਡਲ ਹੈ ਜੀ ਮੇਰੇ, 10 ਸਟੇਟ 'ਚੋਂ ਮੈਡਲ ਹੈ ਜੀ। ਮੈਂ ਕਿਹਾ ਮੇਰਾ ਕੁਛ ਤਾਂ ਕਰ ਦਿਓ। ਕਹਿੰਦੇ ਬਾਅਦ 'ਚ ਗੱਲ ਕਰਦੇ ਹਾਂ। ਬਾਅਦ 'ਚ ਮੈਨੂੰ ਉਹਨਾਂ ਦੇ ਕੋਲੇ ਵੀ ਨਹੀਂ ਜਾਣ ਦਿੱਤਾ ਜੀ ਕਿਸੇ ਨੇ। ਹਾਂਜੀ। ਜਦੋਂ ਇੱਥੇ ਕੰਮ ਕਰਦੇ ਹੋ ਕਿੰਨੇ ਰੁਪਏ ਦਾ ਕੱਪ ਇੱਕ ਚਾਹ ਦਾ ਆ? 10 ਰੁਪਏ ਦਾ ਕੱਪ ਹੈ ਜੀ ਚਾਹ ਦਾ। ਤੇ ਮੈਕਸਿਮਮ ਦਿਨ ਦੇ ਵਿੱਚ ਕਿੰਨੇ ਕੁ ਲੋਕ ਚਾਹ ਪੀ ਜਾਂਦੇ ਹੋਣੇ ਆ ਕੇ? ਕੁਛ ਨਹੀਂ ਕਹਿ ਸਕਦੇ ਮੈਮ, ਕਦੇ ਆਉਂਦੇ ਆ। ਹੁਣ ਲੋਕਡਾਊਨ ਸੀ ਜੀ, 4 ਮਹੀਨੇ 5 ਮਹੀਨੇ ਦੁਕਾਨਾਂ ਬੰਦ ਰਹੀਆਂ ਜੀ, ਤੇ ਪਿਛਲੇ ਸਾਲ ਵੀ 5 ਮਹੀਨੇ ਬੰਦ ਰਹੀਆਂ। ਉਹ ਸਾਨੂੰ ਹੀ ਪਤਾ ਜੀ ਗੁਜ਼ਾਰਾ ਅਸੀਂ ਕਿਵੇਂ ਕੀਤਾ ਕਰਦਾ। ਅਸੀਂ ਕਿਸੇ ਦੇ ਦਿਹਾੜੀ ਗਏ ਜੀ, ਕਿਤੇ ਝੋਨੇ ਦੀਆਂ ਤੂੜੀ ਦੀਆਂ ਦਿਹਾੜੀਆਂ ਤੱਕ ਮੈਂ ਲਾਈਆਂ ਜੀ। ਜਿਵੇਂ ਤੂੜੀ ਸਿੱਟਦੇ ਆ ਨਾ ਜਿਹੜੇ ਘਰੇ ਲੱਤੜਦੇ ਆ, ਮੈਂ ਤੂੜੀ ਦੀਆਂ ਦਿਹਾੜੀਆਂ ਵੀ ਲਾਈਆਂ ਜੀ। ਹਾਂਜੀ। ਤੇ ਬਾਉਂਸਰ ਗਿਆ ਜੀ ਮੈਂ ਲੋਕਾਂ ਨਾਲ। ਕਦੇ ਮੈਂ ਸੋਚਿਆ ਵੀ ਨਹੀਂ ਸੀ ਜੀ ਮੈਂ ਇੰਨਾ ਕੁਛ ਜਿੱਤ ਕੇ ਵੀ ਮੈਂ ਬਾਉਂਸਰ ਜਾਊਂਗਾ। ਸਾਨੂੰ ਇੱਕ ਸਰੀਰ ਨੂੰ ਮੈਨੂੰ ਕਦੇ ਦੇਖਿਆ ਨਹੀਂ ਸੀ ਮੈਂ ਵੀ ਨੌਕਰੀ ਲਊਂਗਾ, ਵੀ ਮੈਂ ਸਰੀਰ ਨੂੰ ਆਪਦੇ ਨੂੰ ਇੱਕ ਕਮਾਉਣ ਤੌਰ ਤੇ ਲਾ ਦੂੰਗਾ। ਮੈਂ ਕਦੇ ਇਹ ਸੋਚਿਆ ਨਹੀਂ ਸੀ, ਕਿਉਂਕਿ ਮੇਰੇ ਕੋਲੇ ਮੈਡਮ 10 ਪਲੇਅਰ ਮੁੰਡੇ ਆ ਜੀ ਜਿਹੜੇ ਗੇਮ ਕਰਦੇ ਆ, ਜਿਹਦੇ ਵਿੱਚੋਂ 5-6 ਲਗਾਤਾਰ ਸਟੇਟ 'ਚੋਂ ਮੈਡਲ ਹੈ ਜੀ, ਤੇ 5-6 ਸਕੂਲ ਨੈਸ਼ਨਲ 'ਚੋਂ ਮੈਡਲ ਹੈ ਜੀ, ਜਿਹਦੇ ਵਿੱਚੋਂ ਇੱਕ 골ਡ ਮੈਡਲ ਹੈ ਜੀ, 4 ਬ੍ਰੌਂਜ ਮੈਡਲ ਹੈ ਜੀ। ਤੇ ਇੱਕ ਮੁੰਡਾ ਮੇਰੇ ਕੋਲੇ ਹੁਣ ਪ੍ਰੈਕਟਿਸ ਕਰੀ ਜਾਂਦਾ ਹੈ, ਉਹਨੇ ਏਸ਼ੀਆ ਜਾਣਾ ਜੀ, ਮੇਰੇ ਪਿੰਡ ਦਾ ਹੀ ਹੈ, ਇੰਡੋਨੇਸ਼ੀਆ ਜਾਣਾ ਜੀ, ਤੇ ਦਸੰਬਰ ਦੇ ਵਿੱਚ ਉਹਨੇ ਏਸ਼ੀਆ ਖੇਡਣਾ। ਪਰ ਜਦੋਂ ਉਹਨਾਂ ਦੇ ਘਰ ਦੇ ਮੈਨੂੰ ਮਾਂ-ਬਾਪ ਮਿਲਦੇ ਆ ਜੀ, ਮੇਰੇ ਕੋਲੇ ਅੱਜ ਇੱਕੋ ਹੀ ਮੁੰਡਾ ਜੀ। ਮੈਂ 10 ਨੂੰ ਖੜਾ ਕੀਤਾ ਸੀ, 10 ਪੌਦੇ ਲਾਏ ਸੀ, ਪਰ 9 ਸੁੱਕ ਚੁੱਕੇ ਆ ਜੀ ਮੇਰੇ। ਇਸੇ ਇੱਕੋ ਹੀ ਕਰਕੇ ਹੈ। ਕਿ ਤੁਹਾਨੂੰ ਤਾਂ ਮਿਲੀ ਨਹੀਂ, ਸਾਨੂੰ ਕੀ ਮਿਲ ਜੇ। ਹਾਂਜੀ। ਉਹਨਾਂ ਦੇ ਮਾਂ-ਬਾਪ ਮੇਰੇ ਕੋਲੇ ਆ, ਜਦੋਂ ਤੈਨੂੰ ਨਹੀਂ ਕਦੇ ਕੁਝ ਮਿਲਿਆ ਸਾਡਿਆਂ ਨੂੰ ਕੀ ਦਵਾ ਦੇਂਗਾ, ਇਹ ਬੋਲਦੇ ਆ। ਮੈਂ ਇਹੀ ਸਰਕਾਰ ਅੱਗੇ ਫੇਰ ਬੇਨਤੀ ਕਰਦਾ ਜੀ, ਜੇ ਤੁਸੀਂ ਤੰਦਰੁਸਤ ਪੰਜਾਬ ਨੂੰ ਤੰਦਰੁਸਤੀ ਰੱਖਣਾ ਚਾਹੁੰਦੇ ਹੋ ਤਾਂ ਤੰਦਰੁਸਤ ਮੁੰਡਿਆਂ ਬੰਨੀ ਵੀ ਧਿਆਨ ਦਿਓ ਜੀ। ਤੰਦਰੁਸਤ ਪੰਜਾਬ ਫੇਰ ਹੀ ਰਹੂਗਾ ਜੀ ਜੇ ਕੁਝ ਖਾਊਗਾ। ਅਸੀਂ ਮੈਡਲ ਤਾਂ ਖਾ ਨਹੀਂ ਸਕਦੇ ਜੀ। ਗੱਲ ਕਰ ਲੈਂਦੇ ਕਿ ਜਿਸ ਤਰ੍ਹਾਂ ਹੁਣ ਘਰ ਵੀ ਗਹਿਣੇ ਪਿਆ ਹੋਇਆ, 8000 ਕਿਸ਼ਤ ਜਾਂਦੀ ਹੈ, ਔਰ ਰੈਂਟ ਵੀ ਤਾਂ ਜਾਂਦਾ ਹੀ ਆ, ਘਰ ਦੇ ਕਿਰਾਏ ਤੇ ਵੀ ਰਹਿੰਦੇ ਹੋ, ਤਾਂ ਮੈਕਸਿਮਮ ਉਹ ਵੀ ਰੈਂਟ ਭਰਦੇ ਹੋ। ਫਿਰ ਇੱਥੇ ਚਲੋ ਤੁਸੀਂ ਸਰਕਾਰੀ ਜ਼ਮੀਨ ਤੇ ਬੈਠੇ ਹੋਏ ਹੋ, ਹਨਾ, ਇਹ ਵੀ ਕੋਈ ਪਤਾ ਨਹੀਂ ਕਦੋਂ ਇੱਥੋਂ ਚੱਕੀ ਜਾਵੇ, ਹਨਾ। ਨਹੀਂ ਪਤਾ ਜੀ, ਮਹੀਨੇ ਤੱਕ ਚੱਕਦਾ ਜਾਂ 2 ਮਹੀਨੇ ਤੱਕ ਚੱਕਦਾ ਜੀ, ਕੋਈ ਪਤਾ ਨਹੀਂ, ਕਿਉਂਕਿ ਲਗਭਗ 7 ਕਿਲੋਮੀਟਰ ਪਿੱਛੇ ਰਹਿ ਗਈ ਜੀ ਸੜਕ ਉਹ, ਜਿਹੜੀ ਪਹੁੰਚਦੀ ਆ ਰਹੀ ਹੈ ਇੱਥੇ। ਹਾਂਜੀ। ਹੁਣ ਜਿੱਦਾਂ 10 ਰੁਪਏ ਕੱਪ ਇੱਕ ਚਾਹ ਦਾ ਹੀ ਆ, ਹਨਾ, ਕਈ ਵਾਰ ਆਉਂਦੇ ਆ, ਕਈ ਵਾਰ ਲੋਕ ਨਹੀਂ ਵੀ ਆਉਂਦੇ ਚਾਹ ਪੀਣ, ਬਸ ਉਹ ਲੰਘਦੇ ਟੱਪ ਜਿਹੜੇ ਰਾਹਗੀਰ ਹੋਣਗੇ, ਟਰੱਕਾਂ ਵਾਲੇ ਹੋਣਗੇ ਵੀਰ, ਹਨਾ, ਜਾਂ ਉਹ ਵੀਰ ਆ ਜਾਂਦੇ ਹੋਣੇ ਚਾਹ ਪੀਣ। ਤੇ ਦੂਸਰੇ ਨੰਬਰ ਤੇ ਕਿ ਥੋੜੀ ਜਿਹੀ ਮਠਿਆਈ ਦੀ ਤੁਹਾਡੀ ਛੋਟੀ ਜਿਹੀ ਦੁਕਾਨ ਹੈ, ਫਾਦਰ ਸਾਹਿਬ ਵੀ ਇੱਥੇ ਹੀ ਕੰਮ ਕਰਦੇ ਆ, ਕੋਈ ਹੋਰ ਕੰਮ ਵੀ ਨਹੀਂ ਹੈਗਾ, ਔਰ ਘਰ ਦਾ ਰੈਂਟ ਜਾਣਾ, 8000 ਕਿਸ਼ਤ ਜਾਣੀ, ਇਹ ਮਹੀਨੇ ਦਾ ਗੁਜ਼ਾਰਾ ਬੜਾ ਔਖਾ। ਹਾਂਜੀ ਮੈਮ, ਮੇਰੇ ਫਾਦਰ ਸਾਹਿਬ ਵੀ ਬਿਮਾਰ ਰਹਿੰਦੇ, ਸ਼ੂਗਰ ਦੇ ਮਰੀਜ਼ ਨੇ ਜੀ, ਕੀ ਦੱਸੀਏ ਇਸ ਨੂੰ, ਬਹੁਤ ਔਖਾ ਗੁਜ਼ਾਰਾ ਜੀ ਸਾਡਾ। ਕਦੇ ਚਟਨੀ ਨਾ ਖਾਈਦੀ ਹੈ ਮੈਡਮ, ਕਦੇ ਦਾਲ ਨਾ ਖਾਈਦੀ ਹੈ, ਕਦੇ ਸੋਚਿਆ ਨਹੀਂ ਸੀ ਇਹ ਜੇ ਤੱਲਿਆ ਵਰਗੀ, ਕਦੇ ਸੋਚਿਆ ਵੀ ਨਹੀਂ ਸੀ ਇਹ ਜੇ ਦਿਨ ਦੇਖਣੇ ਪੈਣਗੇ ਜੀ। ਸਾਨੂੰ ਲੱਗਦਾ ਸੀ ਜੀ ਵੀ ਕਦੇ ਤਾਂ ਗਾਹਾਂ ਵਧਾਂਗੇ। ਅਸੀਂ ਦੇਖਦੇ ਹੁੰਦੇ ਜੀ ਪਿੰਡ 'ਚ ਕੋਈ ਪੰਜਾਬ 'ਚੋਂ ਮੈਡਲ ਜਿੱਤ ਲਿਆ ਜੀ, ਉਹ ਫੌਜ 'ਚ ਭਰਤੀ ਹੋ ਗਿਆ, ਕੋਈ ਨੈਸ਼ਨਲ 'ਚੋਂ ਜਿੱਤ ਲਿਆ ਜੀ, ਉਹ ਪੁਲਿਸ 'ਚ ਹੋ ਗਿਆ। ਅਸੀਂ ਇੰਟਰਨੈਸ਼ਨਲ 'ਚੋਂ ਜਿੱਤ ਰਹੇ ਜੀ, ਅਸੀਂ ਕਾਸੇ 'ਚ ਵੀ ਨਹੀਂ ਹੋਏ। ਚਪੜਾਸੀ ਵੀ ਰੱਖ ਦਿਓ ਜੀ ਉਹਨਾਂ ਨੂੰ, ਕਹੇ A ਗ੍ਰੇਡ ਦੀ ਪੋਸਟ ਤਾਂ ਇਹ B ਗ੍ਰੇਡ ਦੀ ਕਰਦੇ ਜੀ ਐਲਾਨ। ਮੈਂ ਤਾਂ ਉਹਨਾਂ ਤੋਂ D ਕਲਾਸ ਦੀ ਮੰਗ ਰਿਹਾ ਜੀ, D ਕਲਾਸ ਦੀ ਤਾਂ ਦੇ ਸਕਦੇ ਆ ਮੈਨੂੰ। ਮੈਂ ਜਦੋਂ ਇੰਦਰਜੀਤ ਨਾਲ ਗੱਲ ਕਰ ਰਹੀ ਨਾ, ਇੰਦਰਜੀਤ ਤੀਜੀ ਵਾਰ ਮੇਰੇ ਨਾਲ ਇੰਟਰਵਿਊ 'ਚ ਭਾਵੁਕ ਹੋ ਗਿਆ। ਸਾਹਮਣੇ ਇਹਨਾਂ ਦੇ ਪਾਪਾ ਖੜੇ ਹੋਏ ਨੇ, ਔਰ ਉਹ ਦੇਖੀ ਜਾ ਰਹੇ ਸੀਗੇ। ਜਦੋਂ ਇੱਕ ਜਵਾਨ ਪੁੱਤ ਰੋਂਦਾ ਹੋਵੇ ਨਾ, ਤਾਂ ਪਿਓ ਪਛਾਂ ਮੂੰਹ ਕਰ ਲੈਂਦਾ ਆ। ਉਹਨਾਂ ਨੇ ਇੱਧਰ ਨੂੰ ਵਹਿੰਦਿਆਂ ਮੇਰੇ ਨਾਲ ਇੰਟਰਵਿਊ ਕਰਦੇ ਪਏ ਸੀ। ਇੰਦਰਜੀਤ ਤੀਸਰੀ ਵਾਰ ਰੋਏ ਨਾ, ਤਾਂ ਪਿਓ ਦਾ ਮੂੰਹ ਦੂਜੇ ਪਾਸੇ ਹੋ ਗਿਆ ਸੀ। ਮੈਨੂੰ ਖੁਦ ਨੂੰ ਵੇਖ ਕੇ, ਮੈਂ ਇਹਨਾਂ ਦੇ ਪਾਪਾ ਨੂੰ ਵੇਖ ਕੇ ਮੇਰੇ ਅੱਖਾਂ 'ਚ ਖੁਦ ਦੇ ਹੰਝੂ ਆਉਣ ਲੱਗੇ ਨੇ ਕਿ ਇੱਕ ਪਿਓ ਆਪਣੇ ਪੁੱਤ ਨੂੰ ਐਵੇਂ ਰੋਂਦਾ ਨਹੀਂ ਵੇਖ ਸਕਦਾ। ਹਾਲਾਂਕਿ ਨਾਲ
ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਚਾਹੇ ਅਸੀਂ ਚਾਹ ਵੇਚਦੇ ਹਾਂ, ਚਾਹੇ ਕਿਸੇ ਦੇ ਘਰ ਜਾ ਕੇ ਭਾਂਡੇ ਮਾਂਜਦੇ ਹਾਂ, ਚਾਹੇ ਝਾੜੂ ਪੋਚਾ ਲਾਉਂਦੇ ਹਾਂ, ਮਿਹਨਤ ਦੀ ਕਰਕੇ ਤਾਂ ਖਾਂਦੇ ਹਾਂ। ਪਰ ਜਿਸ ਨੌਜਵਾਨ ਨੇ ਇਸ ਦੇਸ਼ ਲਈ, ਪੰਜਾਬ ਦੇ ਲਈ ਇਹ ਕੀਤਾ ਹੋਵੇ, ਉਹ ਨੌਜਵਾਨ ਜਿਸ ਨੇ ਸਭ ਕੁਝ ਦੇਸ਼ ਦੇ ਨਾਂ ਹੀ ਲਿਖੇ ਲਾਤਾ ਹੋਵੇ, ਘਰ 'ਚ ਨਾ ਕਰਜ਼ਾ ਚੜ ਗਿਆ ਹੋਵੇ, ਕਿਰਾਏ ਦੇ ਮਕਾਨਾਂ ਤੇ ਆ ਗਿਆ, ਆਪਣਾ ਘਰ ਹੁੰਦੇ ਸੁੰਦੇ ਕਿਰਾਏ ਤੇ ਆ ਗਿਆ ਹੋਵੇ, ਉਹ ਨੌਜਵਾਨ, ਉਸ ਪਿਓ ਤੇ, ਉਸ ਮਾਂ ਤੇ, ਉਸ ਬੱਚੇ ਤੇ ਕੀ ਬੀਤੀ ਹੋਵੇਗੀ। ਅਸੀਂ ਸਭ ਕੁਝ ਇਹ ਕਰ ਦਿੱਤਾ ਤੇ ਅੱਜ ਸਾਡੇ ਪੱਲੇ ਕੀ ਪਿਆ, ਧਾਗੇ ਜਾਂ ਮੈਡਲ ਰਹਿ ਗਏ ਨੇ। ਵਾਕਈ ਇਸ ਮੈਡਲ ਨੂੰ ਖਾ ਤਾਂ ਨਹੀਂ ਸਕਦੇ, ਜਿੱਤ ਕੇ ਲੈ ਆਂਦਾ ਹੈ, ਜ਼ਰੂਰ ਜਿੱਤਿਆ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੂੰ ਇੱਕ ਅਪੀਲ ਜ਼ਰੂਰ ਕਰਦੇ ਹਾਂ ਅਸੀਂ ਕਿ ਤੁਸੀਂ ਜ਼ਰੂਰ ਦੇਖੋ, ਤੁਸੀਂ ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਨੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਜਿੱਦਾਂ ਪਹਿਲਾਂ ਵੀ ਦੱਸਦੇ ਨੇ ਕਿ ਟਿਕਟੌਕ ਸਟਾਰਸ ਨੂੰ ਵੀ ਨੌਕਰੀਆਂ ਦੇ ਚੁੱਕੇ ਨੇ। ਹੁਣ 2 ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਦਿੱਤੀ ਜਿਨ੍ਹਾਂ ਦੇ ਕੋਲ ਕਰੋੜਾਂ ਪੈਸੇ ਨੇ, ਹਾਲਾਂਕਿ ਉਹਨਾਂ ਨੇ ਲੱਤ ਮਾਰਤੀ ਆ ਮਿੱਟੀ ਪਲੀਤ ਹੋਣ ਤੋਂ ਬਾਅਦ ਉਹਨਾਂ ਨੇ ਵੀ, ਪਰ ਉਹਨਾਂ ਨੇ ਨੌਕਰੀ ਨਹੀਂ ਲਈ ਹੈਗੀ। ਪਰ ਕਿਸ ਆਧਾਰ ਤੇ ਨੌਕਰੀ ਦਿੱਤੀ ਗਈ ਆ? ਕੈਪਟਨ ਸਾਹਿਬ ਬੇਰੁਜ਼ਗਾਰ ਅਧਿਆਪਕਾਂ ਨੂੰ ਆਪਦੇ ਗੜ੍ਹ ਵਿੱਚ ਬੁਲਾ ਕੇ ਕੁੱਟਦੇ ਹੋ, ਪੁਲਿਸ ਉੱਥੇ ਲਾਠੀ ਚਾਰਜ ਕਰਦੀ ਹੈ, ਉਹਨਾਂ ਨੂੰ ਨੌਕਰੀਆਂ ਦਿਓ। ਆ ਜਿਹੜੇ ਨੌਜਵਾਨ ਬੈਠੇ ਚਾਲੇ ਖੋਖਿਆਂ ਤੇ ਇੰਨੇ ਆਪਣੇ ਪੱਲਿਓਂ ਪੈਸੇ ਖਰਚ ਕੇ, ਕਦੀ ਖੇਡ ਲਈ ਤਾਂ ਸਰਕਾਰ ਨੇ ਸੋਚਿਆ ਨਹੀਂ। ਇੰਦਰਜੀਤ, ਹਰਿਆਣਾ ਸਰਕਾਰ ਆਪਦੇ ਖਿਡਾਰੀਆਂ ਨੂੰ ਬਹੁਤ ਮਾਣ ਦਿੰਦੀ ਹੈ, ਨੌਕਰੀਆਂ ਵੀ ਦਿੰਦੀ ਹੈ, ਪੈਸੇ ਵੀ ਲਾਉਂਦੀ ਹੈ, ਪਰ ਸਾਡੀ ਸਰਕਾਰ ਨੇ ਤਾਂ ਕਦੀ ਖਿਡਾਰੀ ਪੈਦਾ ਹੀ ਨਹੀਂ ਕੀਤੇ। ਚਲੋ ਮੈਮ, ਹਰਿਆਣਾ ਤਾਂ ਫਿਰ ਵੀ ਵੱਡਾ ਜੀ, ਰਾਜਸਥਾਨ ਵਰਗੇ ਸੂਬੇ ਹੋ ਗਏ, ਯੂਪੀ ਵਰਗੇ ਸੂਬੇ ਹੋ ਗਏ, ਜਿਨ੍ਹਾਂ ਦੇ ਯੂਪੀ 'ਚੋਂ ਸਾਡੇ ਉੱਧਰ ਆਉਂਦੇ ਆ, ਇੱਧਰ ਕੰਮ ਕਰਕੇ ਜਾਂਦੇ ਜੀ। ਯੂਪੀ ਸਟੇਟ ਹੋ ਗਈ, ਰਾਜਸਥਾਨ ਸਟੇਟ ਹੋ ਗਈ, ਉਹ ਨੈਸ਼ਨਲ ਨੂੰ 5 ਲੱਖ, ਗੋਲਡ ਨੂੰ ਜੀ, ਸਿਲਵਰ ਨੂੰ 3 ਲੱਖ, ਬਰਾਊਂਜ ਨੂੰ 2 ਲੱਖ, ਸਟੇਟ ਮੈਡਲ ਨੂੰ ਲੱਖ ਰੁਪਈਆ ਤੱਕ ਦੇ ਰਹੀ ਹੈ। ਇੱਥੇ ਸਾਡੀ ਜੀ, ਜੇ ਅਸੀਂ ਨੈਸ਼ਨਲ 'ਚੋਂ ਮੈਡਲ ਲੈ ਆਉਣੇ ਆ ਨਾ, ਤਾਂ ਸਿਫਾਰਸ਼ ਕਰਕੇ ਨਿਊਜ਼ ਪੇਪਰ 'ਚ ਖਬਰ ਲਵਾਉਣੀ ਪੈਂਦੀ ਹੈ ਮੈਮ, ਵੀ ਕਿਸੇ ਨੂੰ 5-7 ਜਣਿਆਂ ਨੂੰ ਕਹਿਣਾ ਪੈਂਦਾ ਵੀ ਬਾਈ ਨਿਊਜ਼ ਚੈਨਲ ਵਾਲੇ ਨੂੰ ਜਾਣ ਦਿੰਦਾ, ਕਿਸੇ ਨੂੰ ਨਿਊਜ਼ ਪੇਪਰ ਵਾਲੇ ਨੂੰ ਜਾਣ ਦਿੰਦਾ, ਵੀਰ ਬਣ ਕੇ ਕਹਿ ਦੀ ਯਾਰ ਸਾਡੀ ਫੋਟੋ ਹੀ ਲਵਾ ਦੇ। ਸਾਨੂੰ ਤਾਂ ਫੋਟੋ ਵੀ ਮੈਡਮ ਜੇ ਕਹਿਣਾ ਹੋਵੇ ਤਾਂ ਜਾਂ ਉਹ ਵੀ ਆਏ ਨਹੀਂ ਪਤਾ ਜੀ, ਜੇ ਸਿਫਾਰਸ਼ ਕਰੀਏ ਜੀ ਤਾਂ ਡਿਸਟ੍ਰਿਕਟ ਵਾਲੇ 'ਚ ਹੀ ਲੱਗਦੀ ਹੈ, ਕਦੇ ਸਟੇਟ ਵਾਲੇ 'ਚ ਤਾਂ ਫਿਰ ਵੀ ਲੱਗੀ ਨਹੀਂ ਕਦੇ ਸਾਡੀ ਨਿਊਜ਼ ਜੀ। ਹਾਂਜੀ ਬਿਲਕੁਲ। ਕਿੱਥੇ ਕਮੀ, ਕਿੱਥੇ ਮੰਨਦੇ ਹੋ ਕਮੀ ਕਿੱਥੇ ਰਹਿ ਜਾਂਦੀ ਹੈ? ਕੀ ਪਤਾ ਕਮੀ ਕਿੱਥੇ ਰਹਿੰਦੀ ਹੈ, ਜਾਂ ਤਾਂ ਸਾਡੇ 'ਚ ਕੋਈ ਕਮੀ ਹੋਣੀ ਹੈ ਜਾਂ ਸਰਕਾਰ 'ਚ ਕਮੀ ਹੋਣੀ ਹੈ। ਬਾਕੀ ਹੁਣ ਉਹਨਾਂ ਨੂੰ ਮੈਂ ਦੱਸਦਾ, ਫਿਰ ਮੈਂ ਸੀਐਮ ਸਾਹਿਬ ਨੂੰ ਫੇਰ ਕਹਿਣਾ ਚਾਹੁੰਦਾ ਜੀ, ਕਿਉਂਕਿ ਮੈਂ ਹੁਣ ਸਾਡੇ ਹਲਕੇ ਦੇ ਮੰਤਰੀ ਸਾਹਿਬ ਨੂੰ ਤਾਂ ਮੈਂ ਬਹੁਤ ਵਾਰੀ ਮਿਲ ਲਿਆ ਜੀ, ਉਹਨਾਂ ਅੱਗੇ ਤਾਂ ਮੇਰੀ ਬਸ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਮੈਂ ਸੀਐਮ ਸਾਹਿਬ ਤੱਕ ਪਹੁੰਚ ਨਹੀਂ ਕਰ ਸਕਦਾ ਜੀ, ਤਾਂ ਮੇਰੀ ਤੁਸੀਂ ਹੀ ਕਰ ਦਿਓ, ਕਿਉਂਕਿ ਅਸੀਂ ਵੋਟਾਂ ਪਾਈਆਂ ਜੀ ਤੁਹਾਨੂੰ, ਤੁਸੀਂ ਕਰ ਦਿਓ ਮੇਰੀ ਪਹੁੰਚ। ਉਹਨਾਂ ਨੂੰ ਵੀ ਪਤਾ ਲੱਗ ਜੇ ਜੀ ਮੈਂ ਫੂਲ ਮਹਾਰਾਜ ਦਾ ਵੀ ਮੈਨੂੰ ਉਹਨਾਂ ਦੇ ਪਿੰਡ ਦਾ ਖਬਰਾਂ ਤਰਸ ਦੇ ਆਧਾਰ ਤੇ ਮੈਨੂੰ ਵੀ ਨੌਕਰੀ ਦੇ ਦੇਣ ਜੀ, ਪਰ ਮੈਂ ਤਰਸ ਦੇ ਆਧਾਰ ਤੇ ਮੰਗਦਾ ਨਹੀਂ ਜੀ, ਮੈਂ ਤਾਂ ਕਾਬਲੀ ਦੇ ਆਧਾਰ ਤੇ ਮੰਗਦਾ ਜੀ। ਜੋ ਮੇਰੀ ਯੋਗਤਾ ਨੂੰ ਦੇਖਦੇ ਹੋਏ, ਜੋ ਮੇਰੀਆਂ ਪ੍ਰਾਪਤੀਆਂ ਜੀ, ਉਹਦੇ ਆਧਾਰ ਤੇ ਮੈਨੂੰ ਜੋ ਨੌਕਰੀ ਦੇਣਗੇ ਮੈਨੂੰ ਕਬੂਲ ਹੈ। ਹਾਂਜੀ, ਹੱਕ ਦਾ ਖਾਣਾ ਚਾਹੁੰਦੇ ਹੋ, ਇਦਾਂ ਨਹੀਂ ਚਾਹੀਦਾ ਕਿ ਮੈਨੂੰ ਇਦਾਂ ਤਰਸ ਦੇ ਆਧਾਰ ਤੇ ਦਿੱਤਾ ਜਾਵੇ। ਹਾਂਜੀ, ਭੀਖ ਨਹੀਂ ਜੀ ਮੰਗਣੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਜਗ੍ਹਾ ਜਦੋਂ ਤੁਸੀਂ ਖੇਡਣ ਜਾਂਦੇ ਸੀ ਤੁਹਾਡੀ ਸੱਟ ਵੀ ਲੱਗੀ ਆ, ਔਰ ਕਿੱਥੇ ਕੀ ਟੈਂਡਨ ਮਸਲ ਮੈਡਮ ਟੁੱਟ ਚੁੱਕਿਆ ਜੀ, ਹਾਂ ਛਾਤੀ ਦਾ। ਇਹ 5-4 ਦਿਨ ਪਹਿਲਾਂ ਜਦੋਂ ਮੈਂ ਪ੍ਰੈਕਟਿਸ ਕਰਦਾ ਸੀ ਨਾ ਜੀ, ਉਦੋਂ ਮੇਰੇ ਆ 3 ਮਸਲ, ਬਾਈਸੈਪਸ ਦਾ ਮਸਲ ਫਟ ਗਿਆ ਸੀ ਜੀ, ਆ ਸ਼ੋਲਡਰ ਦਾ ਫਟ ਗਿਆ ਸੀ। ਮੈਂ 200 ਬੈਂਚ ਮੈਡਮ ਫ੍ਰੀ ਹੈਂਡ ਲਾ ਰਿਹਾ ਸੀ ਤੇ 170 ਕਿਲੋ ਦਾ ਮੈਂ 5ਵਾਂ ਰੈਪ ਲਾ ਰਿਹਾ ਸੀ, ਹਾਲਾਂਕਿ ਮੈਂ 250 ਬੈਂਚ ਲਾ ਦੇਣਾ ਜੀ। ਹੁਣ ਮੈਂ 270 ਬੈਂਚ ਲਾ ਰਿਹਾ ਸੀ, ਤੇ ਜਿਹਦੇ ਵਿੱਚੋਂ ਮੇਰਾ 215 ਕਿਲੋ ਦਾ, 217 ਕਿਲੋ ਦਾ ਜੂਨੀਅਰ ਨੈਸ਼ਨਲ ਰਿਕਾਰਡ ਹੈ ਜੀ। ਉਹ ਦੱਸਦਾ ਮੈਂ ਕੈਪਟਨ ਸਾਹਿਬ ਨੂੰ ਵੀ ਮੈਂ ਪਟਿਆਲੇ ਹੀ ਲਾਇਆ ਜੀ, ਤੁਹਾਡੇ ਆਪ ਦੇ ਏਰੀਏ 'ਚ ਵਿੱਚ ਪਟਿਆਲੇ ਸਟੇਡੀਅਮ ਦੇ ਵਿੱਚ ਨੈਸ਼ਨਲ ਦਾ ਕੰਪੀਟੀਸ਼ਨ ਹੋਇਆ ਸੀ ਜੀ, ਉੱਥੇ ਮੈਂ ਦੋਨੇ ਰਿਕਾਰਡ ਲਾਏ ਹੈ। ਹਾਂਜੀ, ਤੇ ਤਾਮਿਲਨਾਡੂ ਦਾ ਮੁੰਡਾ ਸੀ ਜਿਹਦਾ ਰਿਕਾਰਡ ਸੀ ਜੀ, ਉਹਦੇ ਤੋੜ ਕੇ ਦੋਨੇ ਆਪ ਦੇ ਨਾਂ ਲਿੱਤੇ ਜੀ। ਹਾਂਜੀ, ਜਿਵੇਂ ਜਦੋਂ ਤੁਸੀਂ ਜਿੱਤ ਕੇ ਆਉਂਦੇ ਰਹੇ ਹੋ, ਜਦੋਂ ਮੈਡਲ ਲੈ ਕੇ ਆਉਂਦੇ ਹੋ, ਫਿਰ ਹਮੇਸ਼ਾ ਪਿੰਡ ਦਾ ਸਰਪੰਚ ਅੱਗੇ ਹੋ ਕੇ ਆਉਂਦਾ ਹੁੰਦਾ, ਜਾਂ ਪਿੰਡ ਦਾ ਵਿਧਾਇਕ ਜੋ ਜਾਂ ਕੁਝ ਵੀ ਕਹਿ ਲਓ ਜਿਹੜਾ ਲੀਡਰ ਹੈ, ਜਾਂ ਪਿੰਡ ਦੇ ਮੋਹਤਬਾਰ ਹੁੰਦੇ ਨੇ ਨਾ, ਉਹ ਸਵਾਗਤ ਕਰਨ ਲਈ ਫੁੱਲਾਂ ਦੇ ਹਾਰ ਲੈ ਕੇ ਅੱਗੇ ਆਉਂਦੇ ਨੇ। ਇਹ ਹੋਇਆ ਕਿ ਇਹ ਤੋਂ ਵੀ ਵਾਂਝੇ ਰਹਿ ਗਏ ਹੋ? ਨਹੀਂ ਮੈਡਮ, ਪਿੰਡ ਦੇ ਸਾਡੇ ਐਮਸੀ ਹੈ ਜੀ, ਕਦੇ ਕੋਈ ਨਹੀਂ ਆਇਆ, ਪਰ ਮੇਰੇ ਪਿੰਡ ਦੇ ਕਲੱਬ ਵਾਲੇ ਹੈ ਜੀ, 2 ਕਲੱਬ ਹੈ, ਇੱਕ ਬਾਬਾ ਫੂਲ ਕਲੱਬ ਹੈ, ਇੱਕ ਜੁਝਾਰ ਸਿੰਘ ਸਪੋਰਟਸ ਕਲੱਬ ਹੈ ਜੀ, ਉਹਨਾਂ ਦੇ ਪ੍ਰਧਾਨ ਹੋ ਗਏ, ਜਾਂ ਤਾਂ ਮੈਨੂੰ ਉਹਨਾਂ ਵੱਲੋਂ ਮਦਦ ਮਿਲੀ ਹੈ, ਜਾਂ ਸਾਡੇ ਪਿੰਡ 'ਚ 2-4 NRI ਹੈ ਜੀ ਜਿਹੜੇ, ਉਹਨਾਂ ਵੱਲੋਂ ਮੈਨੂੰ ਸੰਯੋਗ ਮਿਲਿਆ ਜੀ। ਵੱਧ ਤੋਂ ਵੱਧ ਮੇਰਾ ਡਾਈਟ ਦਾ ਖਰਚਾ ਲਗਭਗ NRI ਜਾਂ ਕਲੱਬ ਵਾਲੇ ਉਹੀ ਚੱਕਦੇ ਆ ਜੀ।
ਜਿਸ ਤਰ੍ਹਾਂ ਤੁਸੀਂ ਡਾਈਟ ਦੀ ਗੱਲ ਕੀਤੀ ਹੈ, ਇਹਦੇ ਲਈ ਡਾਈਟ ਵੀ ਬਹੁਤ ਜ਼ਰੂਰੀ ਹੈ, ਬੜੀ ਇੰਪੋਰਟੈਂਟ ਚੀਜ਼ ਆ ਕਿ ਅਸੀਂ ਕੀ ਖਾਣਾ ਕੀ ਨਹੀਂ ਖਾਣਾ, ਕਿਉਂਕਿ ਇਦਾਂ ਤਾਂ ਮੈਂ ਕਹਾਂ ਜੇ ਇੱਕ ਰੋਟੀ ਖਾ ਕੇ ਸੁੱਕੀ ਰੋਟੀ ਖਾ ਕੇ ਪਾਣੀ ਪੀ ਲਈਏ ਤਾਂ ਜਾਂ ਚਟਨੀ ਨਾਲ ਤੁਸੀਂ ਕਹਿ ਰਹੇ ਹੋ ਰੋਟੀ ਖਾਂਦੇ ਆ, ਇਹਦੇ ਨਾਲ ਤਾਂ ਲੜਿਆ ਜਾਣਾ ਨਹੀਂ ਹੈ ਨਾ, ਨਾ ਹੀ ਇੰਨਾ ਵੇਟ ਚੁੱਕਿਆ ਜਾਣਾ ਹੈ। ਪਰ ਜੇ ਤੁਸੀਂ ਗੱਲ ਕਰ ਰਹੇ ਹੋ ਤਾਂ ਤੁਹਾਡੀ ਡਾਈਟ 'ਤੇ ਕੀ ਕੁਝ ਖਾਣਾ ਪੈਂਦਾ, ਕਿੰਨਾ ਖਰਚਾ ਆਉਂਦਾ ਹੈ? ਖਰਚਾ ਤਾਂ ਮੈਡਮ ਬਹੁਤ ਆਉਂਦਾ। ਹੁਣ 5-6 ਹਜ਼ਾਰ ਦੇ ਪ੍ਰੋਟੀਨ ਦੇ ਡੱਬੇ ਜੀ, ਜਿਹੜੇ ਲਗਭਗ ਮੈਨੂੰ ਬਾਹਰੋਂ ਵੀ ਭੇਜੀ ਜਾਂਦੇ ਜੀ, ਕਲੱਬਾਂ ਨੇ ਮੈਨੂੰ ਵੀ ਮਦਦ ਹੋ ਰਹੀ ਹੈ, ਜਾਂ ਹੋਰ NRI ਹੈ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ, ਉਹ ਵੀ ਮਦਦ ਕਰੀ ਜਾਂਦੇ ਜੀ ਮੇਰੀ। ਹਾਂਜੀ, ਵੀ ਸਰਕਾਰ ਵੱਲੋਂ ਸਰਕਾਰ ਅੱਗੇ ਦੁਆ ਕਰਦੇ ਜੀ ਵੀ ਕਿਸੇ ਤੋਂ ਨਾ ਮੰਗਣਾ ਪਵੇ, ਤੁਸੀਂ ਸਾਨੂੰ ਆਪਦਾ ਦੇ ਦਿਓ ਜੀ, ਅਧਿਕਾਰ ਦੇ ਦਿਓ, ਬਣਦਾ ਜੋ ਵੀ ਹੈ, ਛੋਟੀ ਨੌਕਰੀ ਦੇ ਦਿਓ, ਮੈਂ ਨਹੀਂ ਆਉਂਦਾ ਵੱਡੀ ਦੇ ਦਿਓ, ਪਰ ਦੇ ਦਿਓ ਜੀ। ਹਾਂਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੇ ਲੀਡਰਸ ਦੇ ਦਰਵਾਜ਼ੇ ਤੁਸੀਂ ਖੜਕਾਏ ਨੇ, ਐਪਲੀਕੇਸ਼ਨ ਵੀ ਬਹੁਤ ਦਿੱਤੀਆਂ ਨੇ, CM ਤੱਕ ਵੀ ਤੁਹਾਡੀਆਂ ਐਪਲੀਕੇਸ਼ਨ ਪਹੁੰਚੀਆਂ ਨੇ, ਕਦੇ ਚਿੱਠੀ ਦਾ ਜਵਾਬ ਨਹੀਂ ਆਇਆ ਕਿ ਇੰਨੀ ਦੇਰ ਤੁਹਾਡੀ ਮੁਲਾਕਾਤ ਹੋਏਗੀ, ਜਾਂ ਕਦੇ ਕੁਝ ਵੀ ਕਦੀ ਬੁਲਾਇਆ ਗਿਆ ਹੋਵੇ ਕਿ ਇੱਕ ਵਾਰੀ ਮਿਲ ਲੈਂਦੇ ਆ ਮੁੰਡੇ ਨੂੰ ਕਿ ਕੀ ਕੁਝ ਕਰਦੇ ਨੇ, ਕਿੰਨੀ ਕਾਬਲੀਅਤ ਰੱਖਦੇ ਨੇ, ਕਦੀ ਚਿੱਠੀ ਦਾ ਜਵਾਬ ਆਇਆ? ਨਹੀਂ ਮੈਮ, ਕਦੇ ਕਿਸੇ ਚਿੱਠੀ ਦਾ ਜਵਾਬ ਨਹੀਂ ਆਇਆ। ਬਕਾਇਦਾ ਮੇਰਾ ਉਹੀ ਨੰਬਰ ਚੱਲਦਾ ਜੀ 5 ਸਾਲ ਤੋਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ। ਮੇਰੇ ਕੋਲੇ ਐਪਲੀਕੇਸ਼ਨਾਂ ਦੀਆਂ ਫੋਟੋਆਂ ਵੀ ਪਈਆਂ ਜੀ ਜਿਹੜੀਆਂ ਮਾਰਕ ਹੋਈਆਂ ਵੀ ਆ। ਕਾਂਗੜ ਸਾਹਿਬ ਦੀ ਮਾਰਕ ਹੋਈ ਵੀ ਆ, ਉਸ ਤੋਂ ਬਾਅਦ ਇਹਨਾਂ ਦੇ ਪਟਿਆਲੇ RP ਪਾਂਡੇ ਕੋਈ ਅਫਸਰ ਆ ਬਿਜਲੀ ਬੋਰਡ ਦੇ, ਜਦੋਂ ਬਿਜਲੀ ਬੋਰਡ ਦੇ ਇਹ ਮੰਤਰੀ ਸੀ ਜੀ, ਉਹਨਾਂ ਦੇ ਮਾਰਕ ਹੋਈ। ਉਸ ਤੋਂ ਬਾਅਦ ਹੋਰ ਮਾਰਕ ਹੋਈ। ਉਸ ਤੋਂ ਬਾਅਦ ਜਿਹੜੀ ਬਿਜਲੀ ਬੋਰਡ ਦੀ ਸੀਨੀਅਰ ਸਪੋਰਟਸ ਅਫਸਰ ਹੈ ਜੀ ਮਾਧੁਰੀ ਸਕਸੈਨਾ, ਅਰਜਨਾ ਵਾਡੀ ਹੈ ਐਥਲੈਟਿਕ ਦੀ ਨੇ ਉਹ, ਅਤੇ ਉਹ ਸੀਨੀਅਰ ਸਪੋਰਟਸ ਅਫਸਰ, ਮੈਂ ਉਹਨਾਂ ਨੂੰ ਮਿਲਿਆ ਜੀ। ਮੈਂ ਕਿਹਾ ਮੈਮ ਕਾਂਗੜ ਸਾਹਿਬ ਦਾ ਮੈਂ ਹਲਕੇ ਦਾ ਬੰਦਾ ਜੀ, ਵੀ ਮੈਨੂੰ ਤੁਸੀਂ ਨੌਕਰੀ ਦਿਓ, ਵੀ ਉਹਨਾਂ ਨੇ ਮਾਰਕ ਕਰਕੇ ਭੇਜਿਆ ਜੀ ਫਾਈਲ। ਉਹ ਕਹਿੰਦੇ ਮੈਂ ਨੌਕਰੀ ਨਹੀਂ ਦੇ ਸਕਦਾ, ਮੰਤਰੀ ਸਾਹਿਬ ਹੀ ਦੇ ਸਕਦੇ। ਮੈਂ ਉੱਥੋਂ ਵੀ ਨਿਰਾਸ਼ ਹੋ ਕੇ ਮੁੜਿਆ ਆ। ਮੈਨੂੰ ਪਤਾ ਜੀ, ਮੈਂ ਕਦੇ ਕਿਸੇ ਦੋਸਤ ਨੂੰ ਕਿਹਾ ਵੀ ਮੇਰੇ ਨਾਲ ਗੱਡੀ ਲੈ ਚੱਲ, ਕਦੇ ਕਿਸੇ ਨੂੰ ਜੀ, ਕਦੇ ਕਿਸੇ ਦੀ ਗੱਡੀ 'ਚ ਤੇਲ ਪਵਾਇਆ, ਕਦੇ ਕਿਸੇ ਬੰਦੇ ਦਾ ਕਿਰਾਇਆ ਲਾ ਕੇ ਲੈ ਕੇ ਗਿਆ ਜੀ। ਮੈਨੂੰ ਹੀ ਪਤਾ ਵੀ ਮੈਂ ਕਿਵੇਂ ਲੈ ਕੇ ਗਿਆ, ਉਹ ਮੇਰਾ ਦਰਦ ਸਿਰਫ ਮੈਂ ਹੀ ਜਾਣਦਾ ਜੀ, ਹੋਰ ਕੋਈ ਨਹੀਂ ਜਾਣਦਾ। ਬਿਲਕੁਲ। ਵੈਸੇ ਨਾ ਅਸੀਂ ਆਮ ਤੌਰ ਤੇ ਕਹਿੰਦੇ ਕਿ ਜਿਹੜਾ ਆਦਮੀ ਹੁੰਦਾ ਨਾ, ਜਾਂ ਮੁੰਡੇ ਜਿਹੜੇ ਹੁੰਦੇ ਨੇ ਬੜੇ ਸਟਰੋਂਗ ਹੁੰਦੇ ਨੇ, ਹਾਲਾਂਕਿ ਕੁੜੀਆਂ ਅਸੀਂ ਕਹਿੰਦੇ ਕਿ ਬੜੀ ਇਮੋਸ਼ਨਲ ਹੋ ਜਾਂਦੀਆਂ ਨੇ, ਛੋਟੀ ਛੋਟੀ ਗੱਲ ਤੇ ਕੁੜੀਆਂ ਛੇਤੀ ਰੋਣ ਲੱਗ ਪੈਂਦੀਆਂ ਨੇ, ਹਨਾ। ਪਰ ਜਦੋਂ ਇੱਕ ਮੁੰਡਾ ਰੋਂਦਾ ਹੋਵੇ ਨਾ, ਉਦੋਂ ਵਾਕਈ ਇਹ ਲੱਗਦਾ ਹੈ ਕਿ ਅੰਦਰੋਂ ਕਿੰਨਾ ਟੁੱਟਿਆ ਹੋਏਗਾ। ਤਾਂ ਨਹੀਂ ਤੁਹਾਡੀਆਂ ਅੱਖਾਂ 'ਚ ਜਿੱਦਾਂ ਤੁਸੀਂ ਤਗੜੇ ਸਰੀਰ ਦੇ ਹੋ, ਜਿੰਨਾ ਤੁਸੀਂ ਸੋਹਣਾ ਕੰਮ ਕੀਤਾ ਆ, ਤੇ ਐਡੀ ਛੇਤੀ ਰੋਣ ਵਾਲੇ ਨਹੀਂ ਹੋ, ਪਰ ਵਾਕਈ ਤੁਸੀਂ ਦਿਲ 'ਚ ਇੱਕ ਦਰਦ ਦਬਾ ਕੇ ਬੈਠੇ ਹੋ ਤਾਂ ਅੱਖਾਂ 'ਚੋਂ ਹੰਝੂ ਆਉਂਦੇ, ਨਹੀਂ ਤਾਂ ਐਡੀ ਛੇਤੀ ਹੰਝੂ ਵੀ ਨਹੀਂ ਆਉਂਦੇ ਮੁੰਡਿਆਂ ਦੇ ਅੱਖਾਂ 'ਚੋਂ। ਤਾਂ ਮੈਡਮ ਮੈਂ ਤੁਹਾਨੂੰ ਦੱਸਦਾ ਵੀ ਪਲੇਅਰ ਨਾ ਤੁਹਾਨੂੰ ਤਕੜੇ ਤਾਂ ਬਹੁਤ ਮਿਲ ਜਾਣਗੇ ਜੀ, ਪਰ ਕਦੇ ਪਲੇਅਰ ਨੇ ਕਦੇ ਕੁੱਤੇ ਡਾਂਗ ਨਹੀਂ ਮਾਰੀ ਹੁੰਦੀ। ਸਾਨੂੰ ਜੋ ਸਿਖਾਇਆ ਜਾਂਦਾ ਸਾਡੇ ਕੋਚਾਂ ਤੋਂ ਵੀ ਕਦੇ ਕਿਸੇ ਨਾਲ ਅਸੀਂ ਮਾੜਾ ਬਿਹੇਵ ਨਹੀਂ ਕਰਦੇ ਜੀ। ਕੋਈ ਵੀ ਹੈ ਸਾਥੋਂ ਵੱਡਾ ਹੈ, ਜੋ ਸੀਨੀਅਰ ਹੈ ਸਾਡਾ, ਅਸੀਂ ਹਰੇਕ ਦੇ ਪੈਰੀ ਹੱਥ ਲਾ ਦਿੰਦੇ ਹਾਂ। ਅਸੀਂ ਕਦੇ ਐ ਨਹੀਂ ਸੋਚਿਆ ਵੀ ਇਹ ਤਾਂ ਜੀ ਸਾਡਾ ਉਹ ਹੈ, ਅਸੀਂ ਜਾਣਦੇ ਨਹੀਂ ਇਹਨੂੰ, ਜਾਂ ਉਹ ਨਹੀਂ, ਸਾਥੋਂ ਵੱਡਾ ਹੈ ਤਾਂ ਅਸੀਂ ਉਹਦੇ ਵੀ ਪੈਰੀ ਹੱਥ ਲਾ ਦਿੰਦੇ ਹਾਂ। ਅੱਛੀ ਗੱਲ ਤਾਂ ਅਸੀਂ ਹਰੇਕ ਬੰਦੇ ਨੂੰ ਹੀ ਬੁਲਾਉਣੀ ਹੈ, ਪਰ ਪੈਰੀ ਹੱਥ ਵੀ ਅਸੀਂ ਹਰੇਕ ਦੇ ਲਾਉਣੇ ਹਾਂ, ਕਿਉਂਕਿ ਜੋ ਸਾਨੂੰ ਸਿਖਾਇਆ ਜਾਂਦਾ ਸੀ ਉਹੀ ਸਿੱਖਿਆ। ਸਾਡੇ ਕੋਚ ਸਾਹਿਬ ਵੀ ਰੱਬ ਦਾ ਰੂਪ ਨੇ ਜੀ, ਜਿਨ੍ਹਾਂ ਤੋਂ ਅਸੀਂ ਜੋ ਕੁਛ ਸਿੱਖਿਆ। ਹਾਂਜੀ ਇੰਦਰਜੀਤ, ਜੇ ਤੁਸੀਂ ਕਹਿ ਰਹੇ ਸੀ ਕਿ ਤੁਸੀਂ 10 ਬੂਟੇ ਲਗਾਏ, ਉਹਨਾਂ 'ਚੋਂ 9 ਸੁੱਕ ਗਏ, ਮਤਲਬ ਤੁਸੀਂ 10 ਖਿਡਾਰੀ ਖੜੇ ਕੀਤੇ, 9 ਵਿੱਚੋਂ ਤੁਹਾਡਾ ਸਾਥ ਛੱਡ ਗਏ ਕਿ ਅਸੀਂ ਨਹੀਂ ਸਿੱਖਣਾ ਕਿਉਂਕਿ ਤੁਹਾਨੂੰ ਕੁਝ ਨਹੀਂ ਮਿਲਿਆ ਤਾਂ ਸਾਨੂੰ ਵੀ ਕੁਝ ਨਹੀਂ ਮਿਲੇਗਾ, ਹੈ ਨਾ। ਇਹ ਮੰਨਦੇ ਹੋ ਕਿ ਜਿਵੇਂ ਜਿਵੇਂ ਹੌਲੀ ਸਮਾਂ ਬੀਤਦਾ ਗਿਆ, ਇਹ ਜਿਹੜੇ ਖਿਡਾਰੀ ਅੰਦਰ ਚਾਹਵਾਨ ਨੇ ਬਣਨ ਦੇ, ਕੁਛ ਨਾ ਕੁਛ ਉੱਚੇ ਲੈਵਲ ਤੇ ਜਾਈਏ, ਕੋਈ ਦੌੜ ਵਿੱਚ, ਕੋਈ ਤੁਹਾਡੇ ਤਰ੍ਹਾਂ, ਕੋਈ ਕ੍ਰਿਕਟ ਵਿੱਚ, ਕੋਈ ਵੱਖਰੇ ਕੋਈ ਕਬੱਡੀ 'ਚ ਹੋਵੇ, ਹੈ ਨਾ, ਇਹਨਾਂ ਖਿਡਾਰੀਆਂ ਦੀ ਪੁੱਛਗਿੱਛ ਨਹੀਂ ਹੁੰਦੀ ਤਾਂ ਇਹ ਖਿਡਾਰੀ ਪੰਜਾਬ ਦੇ ਵਿੱਚੋਂ ਮਰ ਜਾਣਗੇ, ਇਹ ਪੈਦਾ ਹੀ ਨਹੀਂ ਹੋਣਗੇ। ਜ਼ਰੂਰ ਜੀ, ਇਹੀ ਹੋਏਗਾ। ਹੁਣ ਮੇਰੇ ਕੋਲੇ ਉਹ ਬੱਚੇ 10 ਨਹੀਂ ਮੈਨੂੰ ਛੱਡ ਕੇ ਗਏ ਜੀ, ਉਹਨਾਂ ਦੇ 10 ਬੱਚੇ ਦੇ ਪੇਰੈਂਟਸ ਨੇ ਉਹਨਾਂ ਦੀ ਗੇਮ ਛਡਵਾਤੀ। ਮੈਂ CM ਸਾਹਿਬ ਨੂੰ ਫੇਰ ਦੱਸਦਾ ਜੀ, ਉਹ ਦੱਸੇ ਬੱਚੇ ਵੀ ਤੁਹਾਡੇ ਏਰੀਏ ਦੇ ਸੀ, ਫੂਲ ਮਹਾਰਾਜ ਦੇ ਸੀ। ਜਿਹੜਾ ਹੁਣ ਏਸ਼ੀਆ ਇੱਕ ਮੁੰਡਾ ਮੇਰਾ ਕੋਲੇ ਖੇਡੂਗਾ ਨਾ ਜੀ, ਉਹ ਵੀ ਫੂਲ ਮਹਾਰਾਜ ਦਾ ਹੀ ਹੈ। CM ਸਾਹਿਬ ਦੇ ਕੰਨਾਂ 'ਚ ਮੈਂ ਗੱਲ ਫੇਰ ਪਾਉਣਾ ਵੀ ਉਹ ਦੱਸੇ ਬੱਚੇ ਤੁਹਾਡੇ ਹੀ ਸੀ। ਜਦੋਂ ਤੁਸੀਂ ਤੰਦਰੁਸਤ ਪੰਜਾਬ ਦਾ ਆਗਾਜ਼ ਕੀਤਾ ਨਾ, ਉਹ ਅਸੀਂ ਤੰਦਰੁਸਤ 10 ਬੱਚੇ ਖੜੇ ਕਰਤੇ ਸੀ ਜੀ ਮੈਂ, ਉਹ ਪਰ ਕੀਤੇ ਵੀ ਤੁਹਾਡੇ ਏਰੀਏ ਦੇ ਸੀ। ਉਹਨਾਂ ਬੰਨੀ ਵੀ ਝਾਕੋ ਜੀ, ਮੈਂ ਨਾ ਮੇਰੇ ਬੰਨੀ ਵੀ ਝਾਕੋ ਜੀ। ਨਸ਼ਿਆਂ ਦੀ ਗੱਲ ਤਾਂ ਸਾਰੇ ਇੱਥੇ ਪਿੱਟਦੇ ਰਹਿੰਦੇ ਕਿ ਪੰਜਾਬ ਨਸ਼ਿਆਂ 'ਚ ਜਾ ਰਿਹਾ, ਨੌਜਵਾਨੀ ਨਸ਼ਿਆਂ 'ਚ ਜਾ ਰਹੀ ਹੈ। ਜਾਂ ਤੁਹਾਡੇ ਵਰਗੇ ਮੁੰਡੇ ਦੇਖੇ ਜਾਣ ਤਾਂ ਲੱਗਦਾ ਕਿ ਹਲੇ ਪੰਜਾਬ 'ਚ ਨਸ਼ਾ ਹੈਗਾ? ਨਹੀਂ ਜੀ, ਅਸੀਂ ਤਾਂ ਨਹੀਂ ਕਦੇ ਪੰਜਾਬ 'ਚ ਨਸ਼ਾ ਦੇਖਿਆ। ਜੋ ਕਰਦੇ ਹੋਣਗੇ ਉਹ ਹੋਣਗੇ ਨਸ਼ੇ ਵਾਲੇ ਜੀ, ਪਰ ਅਸੀਂ ਤਾਂ ਨਸ਼ੇ ਵਾਲੇ ਦੇ ਕਦੇ ਨੇੜੇ ਵੀ ਨਹੀਂ ਗਏ ਜੀ। ਹਾਂਜੀ, ਨਾ ਹੀ ਜਾਣਾ ਹੈ ਜੀ। ਹਾਂਜੀ, ਜਦੋਂ ਤੁਹਾਡੀ ਪਹਿਲੀ ਇੰਟਰਵਿਊ ਹੋਈ ਸੀਗੀ, ਤੁਹਾਡੇ ਫਾਦਰ ਸਾਹਿਬ ਨੇ, ਤੁਹਾਡੀ ਮੰਮਾ ਨੇ ਜ਼ਰੂਰ ਦੇਖੀ ਹੋਣੀ ਆ ਉਹ ਵਾਲੀ, ਹੈ ਨਾ। ਮਾਂ ਜਦੋਂ ਪੁੱਤ ਨੂੰ ਰੋਂਦਾ ਵੇਖਦੀ ਆ ਨਾ,
ਮੇਰੇ ਪਰਿਵਾਰ ਦੇ ਤਾਂ ਕਹਿੰਦੇ ਸੀ ਇੰਟਰਵਿਊ ਕਰਾਉਂਦੀ ਨਹੀਂ ਜੀ ਵੀ ਰਹੂਗਾ। ਮੇਰੇ ਪਿਤਾ ਜੀ ਨੇ ਕਹਿਤਾ ਸੀ ਵੀ ਹੋਰ ਇੰਟਰਵਿਊ ਨਾ ਕਰੀ ਵੀ ਤੂੰ ਤਾਂ ਰੋਣ ਲੱਗ ਜਾਂਦਾ। ਉਹਨਾਂ ਨੂੰ ਰੋਂਦਿਆਂ ਨੂੰ ਦੇਖਿਆ ਨਹੀਂ ਆਉਂਦਾ ਜੀ ਮੈਥੋਂ। ਕੀ ਕਰੀਏ ਮੈਡਮ, ਤੁਸੀਂ ਹੁਣ ਆਏ ਤਾਂ ਦੱਸ ਦਿਓ। ਅਸੀਂ ਮਰ ਵੀ ਨਹੀਂ ਸਕਦੇ ਜੀ। ਇਹ ਕਦੀ ਸੋਚੋ ਵੀ ਨਾ, ਕਿਉਂਕਿ ਤੁਸੀਂ ਬਹੁਤ ਨਾਮ ਕਮਾਇਆ ਹੈ। ਪਰਮਾਤਮਾ ਤੁਹਾਡੀ ਸੁਣੇਗਾ। ਕੈਪਟਨ ਅਮਰਿੰਦਰ ਸਿੰਘ ਹੁਣੀ ਜ਼ਰੂਰ ਸੁਣਨਗੇ, ਜਿਹੜੇ 6-7 ਮਹੀਨੇ ਰਹਿੰਦੇ ਨੇ। ਹੁਣ ਸਰਕਾਰ ਅਗਲੀ ਬਣੇਗੀ, ਦੇਖੋ ਕਿਹਦੀ ਆਉਂਦੀ ਹੈ, ਕੌਣ ਬਾਜ਼ੀ ਮਾਰਦਾ ਹੈ। ਇਹ ਤਾਂ ਹਾਲੇ ਕੁਝ ਨਹੀਂ ਤੈਅ ਹੈਗਾ ਇਸ ਚੀਜ਼ ਦਾ, ਪਰ ਜ਼ਰੂਰ ਚਾਹਾਂਗੇ ਕਿ ਕੈਪਟਨ ਸਾਹਿਬ ਪੁੰਨ ਖੱਟ ਕੇ ਜਾਇਓ। ਜੇ ਹੁਣ 6-7 ਮਹੀਨੇ ਰਹਿ ਗਏ ਨੇ ਇਹਦੇ ਵਿੱਚ, ਤਾਂ ਸਾਡੀ ਇੰਟਰਵਿਊ ਨੂੰ ਸੁਣ ਲਿਓ। ਆਪ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਮੁੰਡਾ ਬਹੁਤ ਲਾਇਕ ਹੈ। ਇੱਕ ਇਹ ਵੀ ਦੱਸ ਦਿਓ ਜੀ, ਮੈਂ ਉਹਨਾਂ ਦੇ ਪਿੰਡ ਦਾ ਹੀ ਹਾਂ ਜੀ, ਨਾਲੇ ਇਹ ਵੀ ਦੱਸ ਦਿਓ। ਤੁਹਾਡੇ ਪਿੰਡ ਦਾ ਤੁਸੀਂ ਆਪਣੇ ਮੂੰਹੋਂ ਬੋਲਿਆ, ਜਦੋਂ ਅਖਬਾਰਾਂ ਦੀਆਂ ਸੁਰਖੀਆਂ ਤੇ ਤੁਸੀਂ ਛਾ ਜਾਂਦੇ ਆ ਨਾ, ਉਦੋਂ ਪਤਾ ਲੱਗਦਾ ਕਿ ਫਲਾਣੇ ਪਿੰਡ ਦਾ ਫਲਾਣਾ ਬੰਦਾ ਹੈ ਔਰ ਉਹ ਇੱਥੋਂ ਆ। ਉਹ ਤਾਂ ਆਪਣੇ ਆਪ ਸੀਨਾ ਮਾਂ ਨਾਲ ਚੌੜਾ ਹੋ ਜਾਂਦਾ ਕਿ ਸਾਡੇ ਪਿੰਡ ਤੋਂ ਇਹ ਖਿਡਾਰੀ ਉੱਠਿਆ ਹੋਇਆ ਹੈ। ਮੈਂ ਉਹੀ ਗੱਲ ਕਰਦਾ ਮੈਡਮ, 15-15 ਕਰੋੜ ਰੁਪਈਆ ਇੱਕ ਪਿੰਡ ਨੂੰ ਫੰਡ ਦਿੱਤਾ ਜਾਂਦਾ। ਸਾਡੇ ਪਿੰਡ ਨੂੰ 15 ਕਰੋੜ ਰੁਪਈਆ। ਜੇ ਮੈਨੂੰ ਨੌਕਰੀ ਲਾਉਂਦੇ ਆ, ਮੈਨੂੰ ਲੱਗਦਾ ਮੈਂ 5 ਕਰੋੜ ਸਾਰੀ ਜ਼ਿੰਦਗੀ 'ਚ ਵੀ ਨਹੀਂ ਇਕੱਠੇ ਕਰਦਾ ਜੀ। 5 ਕਰੋੜ 2 ਕਰੋੜ ਰੁਪਈਆ ਵੀ ਨਹੀਂ ਮੈਂ ਇਕੱਠਾ ਕਰਦਾ ਜੇ ਮੈਨੂੰ 4th ਕਲਾਸ ਦੀ ਪੋਸਟ ਤੇ ਵੀ ਲਾਉਂਦੇ ਆ ਜੀ, 3 ਕਲਾਸ ਦੀ ਤੇ ਵੀ ਲਾਉਂਦੇ ਨੇ। ਤੁਸੀਂ ਇਹ ਦੇਖ ਕੇ ਚੱਲੋ ਵੀ ਉਹਨਾਂ ਨੂੰ ਕੀ ਨੌਕਰੀ, ਮੇਰੇ ਲਈ ਕੀ C ਕਲਾਸ ਦੀ ਜਾਂ D ਕਲਾਸ ਦੀ ਪੋਸਟ ਮੇਰੇ ਲਈ ਕੀ। ਤੁਸੀਂ ਐਂ ਦੇਖੋ ਜੀ, ਉਹਨਾਂ ਨੂੰ ਕੋਈ ਮਾਇਨੇ ਨਹੀਂ ਰੱਖਦੀ। ਉਹਨਾਂ ਨੂੰ ਉਹ ਜਦੋਂ ਮਰਜ਼ੀ ਕਾਂਗੜ ਸਾਹਿਬ ਵੀ ਦੇ ਸਕਦੇ ਜੀ ਮੈਨੂੰ ਨੌਕਰੀ, ਮਨਪ੍ਰੀਤ ਸਾਹਿਬ ਵੀ ਦੇ ਸਕਦੇ ਜੀ, CM ਸਾਹਿਬ ਵੀ ਦੇ ਸਕਦੇ ਆ। ਹੁਣ ਰਾਣਾ ਸੋਢੀ ਸਾਹਿਬ ਤੱਕ ਮੇਰੀ ਕਦੇ ਮੁਲਾਕਾਤ ਨਹੀਂ ਹੋਈ ਜੀ। ਮੈਂ ਮਿਲਣ ਦੀ ਕੋਸ਼ਿਸ਼ ਉਹਨਾਂ ਨੂੰ ਵੀ ਬਹੁਤ ਕੀਤੀ ਹੈ, ਪਰ ਉਹਨਾਂ ਨਾਲ ਮੇਰੀ ਕਦੇ ਮੁਲਾਕਾਤ ਨਹੀਂ ਹੋਈ। ਪਿਛਲੇ ਕੁ ਦਿਨੀ ਅਸੀਂ ਇੱਕ ਖਬਰ ਵੀ ਨਸ਼ਰ ਕੀਤੀ ਸੀ ਕਿ ਸਾਰੇ ਖਿਡਾਰੀ ਨਾ ਅਵਾਰਡ ਲੈ ਕੇ ਜਾਣਗੇ ਕੈਪਟਨ CM ਸਾਹਿਬ ਦੀ ਕੋਠੀ ਮੂਰੇ, ਤੇ ਕਹਿਣਗੇ ਕਿ ਅਸੀਂ ਨਹੀਂ ਰੱਖਣੇ। ਇਹ ਧਰਨਾ ਵੀ ਲਗਾਉਣਗੇ ਕਿਉਂਕਿ ਨੌਕਰੀਆਂ ਉਹਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ। ਔਰ ਉਹਨਾਂ ਦਾ ਵੀ ਇਹੀ ਕਹਿਣਾ ਹੈ, ਤੁਸੀਂ ਇਕੱਲੇ ਨਹੀਂ, ਸ਼ਾਇਦ ਪੰਜਾਬ 'ਚ ਬਹੁਤ ਖਿਡਾਰੀ ਨੇ ਜਿਹੜੇ ਇਸ ਚੀਜ਼ ਤੋਂ ਵਾਂਝੇ ਨੇ। ਵੱਡੇ ਵੱਡੇ ਨਾਮ ਜਿੱਤੇ ਨੇ ਦੇਸ਼ ਲਈ, ਆਪਣੀਆਂ ਪਸਲੀਆਂ ਤੱਕ ਤੁੜਵਾ ਬੈਠੇ ਨੇ, ਪਰ ਉਹਨਾਂ ਦੀ ਸਾਰ ਨਹੀਂ ਲਈ ਗਈ। ਉਹ ਸਾਰੇ ਖਿਡਾਰੀ ਹੁਣ ਉਹ ਵੀ ਇਕੱਠੇ ਹੋ ਰਹੇ ਨੇ ਔਰ ਉਹ ਵੀ ਅਵਾਰਡ ਵਾਪਸੀ ਲਈ ਜਾ ਰਹੇ ਨੇ। ਤੇ ਵਾਕਈ ਜੇਕਰ ਆਹ ਦਿਨ ਦੇਖਣੇ ਪੈ ਗਏ ਨਾ, ਤਾਂ ਵਾਕਈ ਮੈਂ ਕਹਿੰਦੀ ਹਾਂ ਕਿ ਉਹ ਸਮਾਂ ਦੂਰ ਨਹੀਂ ਹੋਏਗਾ ਕਿ ਜਦੋਂ ਹਰ ਬੱਚਾ ਕਹੇਗਾ ਅਸੀਂ ਖਿਡਾਰੀ ਬਣਨਾ ਹੀ ਨਹੀਂ, ਅਸੀਂ ਨਹੀਂ ਜਾਣਾ ਇਸ ਲਾਈਨ ਵੱਲ। ਕਦਰ ਨਹੀਂ ਪੈਂਦੀ। ਜੇ ਅੱਜ ਇਹਨਾਂ ਨੌਜਵਾਨਾਂ ਦੀ ਇੰਟਰਵਿਊ ਸੁਣਨਗਾ ਕੋਈ ਜਵਾਕ ਸੁਣੇਗਾ ਜਿਸ ਨੂੰ ਫੁੱਟਬਾਲ ਖੇਡਣ ਦਾ ਸ਼ੌਂਕ ਹੈ, ਕ੍ਰਿਕਟ ਖੇਡਣ ਦਾ ਸ਼ੌਂਕ ਹੈ, ਬੈਡਮਿੰਟਨ ਖੇਡਣ ਦਾ ਸ਼ੌਂਕ ਹੈ, ਕਬੱਡੀ ਖੇਡਣ ਦਾ ਸ਼ੌਂਕ ਹੈ, ਬੜੀਆਂ ਜਿਹੜੀਆਂ ਗੇਮਾਂ ਖੇਡਦੇ ਨੇ। ਸੋ ਇਹ ਜਿਹੜੇ ਜਦੋਂ ਇੰਦਰਜੀਤ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖਣਗੇ ਕਿ ਉਹਨਾਂ ਦਾ ਦਿਲ ਟੁੱਟ ਜਾਏਗਾ ਕਿ ਇਹਨਾਂ ਦੀ ਕਦੇ ਸਾਰ ਨਹੀਂ ਲਈ ਗਈ। ਵੀਰਾ ਸਾਡੇ ਤੋਂ ਕਿੰਨਾ ਵੱਡਾ ਹੈ, ਕਿੰਨੇ ਮੈਡਲ ਜਿੱਤ ਲਏ, ਜੇ ਇਹਨਾਂ ਨੂੰ ਪੁੱਛਿਆ ਨਹੀਂ ਗਿਆ ਤਾਂ ਅਸੀਂ ਵੀ ਨਹੀਂ ਜਾਣਾ ਇੱਧਰ। ਫਿਰ ਲੱਗਦਾ ਕਿ ਵਾਕਈ ਉਹਨਾਂ ਨੌਜਵਾਨਾਂ ਦਾ ਦਿਲ ਟੁੱਟ ਜਾਏਗਾ। ਨਹੀਂ, ਮੈਂ ਉਹਨਾਂ ਨੂੰ ਨਹੀਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਆਪਦਾ ਦਿਲ ਤੋੜੋ। ਜ਼ਰੂਰੀ ਤਾਂ ਨਹੀਂ ਜੀ ਸਭ ਦੀ ਕਿਸਮਤ ਮੇਰੇ ਵਰਗੀ ਹੋ ਵੀ ਮੈਂ ਨੌਕਰੀ ਤੋਂ ਵਾਂਝਾ ਫਿਰਦਾ ਤਾਂ ਜਾਂ ਹਰੇਕ ਹੀ ਵਾਂਝਾ ਰਹੂਗਾ ਜੀ। ਵੀ ਤੁਸੀਂ ਆਪ ਦੀ ਗੇਮ ਵਧੀਆ ਜਾਰੀ ਰੱਖੋ ਜੀ, ਤੁਹਾਡੀ ਤਾਂ ਪਰਮਾਤਮਾ ਸੁਣੂਗਾ। ਕਹਿੰਦੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣ ਲੈਂਦਾ, ਕਹਿੰਦਾ ਤਾਂ ਮੇਰੀ ਵੀ ਸੁਣਨਗੇ ਜੀ। ਹਾਂਜੀ, ਸੁਣਨਗੇ, ਜ਼ਰੂਰ ਸੁਣਨਗੇ। ਆਸ ਵੀ ਹੈ, ਉਮੀਦ ਵੀ ਆ, ਪਹੁੰਚ ਵੀ ਹੋਏਗੀ ਉਹਨਾਂ ਤੱਕ। ਔਰ ਜ਼ਰੂਰ ਤੁਹਾਡੀ ਜਿਹੜੀ ਹੈ ਬਾਤ ਸੁਣੀ ਗੱਲ ਜਿਹੜੀ ਤੁਹਾਡੀ ਸੁਣੀ ਜਾਏਗੀ। ਇੱਥੇ ਆਮ ਆਦਮੀ ਤੋਂ ਬਲਕਾਰ ਸਿੰਘ ਸਿੱਧੂ ਹੋਣੀ ਪਹੁੰਚੇ ਹੋਏ ਨੇ। ਇੱਕ ਵਾਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹ ਕੀ ਕਹਿਣ ਆਏ ਨੇ। ਇਹਨਾਂ ਦੇ ਨਾਲ ਇੱਕ ਰਾਜਨੀਤਿਕ ਤੌਰ 'ਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਆਏ ਨੇ ਜਾਂ ਫਿਰ ਕੋਈ ਇਹਨਾਂ ਦੀ ਬਾਂਹ ਫੜਦੇ ਨੇ ਆ ਕੇ। ਗੱਲਬਾਤ ਸਿੱਧੂ ਹੋਣਾ ਦੇ ਨਾਲ ਕਰ ਲੈਂਦੇ ਆ। ਸੋ ਇੰਦਰਜੀਤ ਹੋਣਾ ਦਾ ਤੁਹਾਨੂੰ ਦਰਦ ਦਿਖਾ ਦਿੱਤਾ ਹੈ ਕਿ ਕਿਸ ਤਰ੍ਹਾਂ ਮੁੰਡੇ 'ਚ ਇੰਨੀ ਕਾਬਲੀਅਤ ਹੈ, ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਜਿਹੜਾ ਹੱਥ ਪੱਲਾ ਨਹੀਂ ਫੜਾਇਆ ਗਿਆ। ਥਾਂ ਥਾਂ ਤੇ ਦਰਵਾਜ਼ੇ ਜਾ ਕੇ ਖੜਕਾਉਂਦੇ ਰਹੇ ਨੇ ਇੰਦਰਜੀਤ, ਪਰ ਹਾਲੇ ਤੱਕ ਕੋਈ ਵੀ ਜਿਹੜਾ ਨਹੀਂ ਸਾਰ ਲਈ ਗਈ। ਸਾਡੇ ਨਾਲ ਇੱਥੇ ਹੁਣ ਆਮ ਆਦਮੀ ਪਾਰਟੀ ਤੋਂ ਬਲਕਾਰ ਸਿੰਘ ਸਿੱਧੂ ਪਹੁੰਚੇ ਹੋਏ ਨੇ। ਗੱਲਬਾਤ ਕਰਦੇ ਆ, ਮੁਲਾਕਾਤ ਲਈ ਆਏ ਨੇ। ਸਿੱਧੂ ਸਾਹਿਬ, ਤੁਸੀਂ ਅੱਜ ਪਹੁੰਚੇ ਹੋ ਇੱਥੇ, ਪਹਿਲਾਂ ਦੇਖਿਆ ਕੀ ਸੀਗਾ? ਇੰਦਰਜੀਤ ਦਾ ਦਰਦ ਦੇਖ ਕੇ ਮਹਿਸੂਸ ਕੀ ਕੀਤਾ ਸੀ? ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦਾ ਇਹ ਜਿਹੜਾ ਤੁਸੀਂ ਨਾਮ ਲਿਆ ਬਾਹਰ ਕੱਢ ਦਿਓ। ਮੈਂ ਜ਼ਰੂਰ ਪਾਰਟੀ ਦਾ ਇੱਕ ਵਰਕਰ ਹਾਂ, ਪਰ ਮੈਂ ਕੁਝ ਪਾਰਟੀ ਕਰਕੇ ਨਹੀਂ ਆਇਆ। ਮੈਂ ਇੱਕ ਸਿੰਗਰ ਕਰਕੇ ਆਇਆ, ਮੈਂ ਇੱਕ ਸਪੋਰਟਸਮੈਨ ਕਰਕੇ ਆਇਆ। ਕਿਉਂਕਿ ਮੈਨੂੰ ਪੰਜਾਬੀਆਂ ਨੇ ਰੋਜੀ ਰੋਟੀ ਦਿੱਤੀ ਆ, ਸ਼ਹਿਨਸ਼ਾਹੀ ਬਖਸ਼ੀ ਆ ਪੰਜਾਬੀਆਂ ਨੇ। ਮੈਂ ਹਰ ਇੰਟਰਵਿਊ 'ਚ ਇਹੀ ਗੱਲ ਕਰਦਾ ਹੁੰਦਾ। ਮੈਂ ਇੱਕ ਬੇਨਤੀ ਕਰਨ ਆਇਆ ਇੰਦਰਜੀਤ, ਕਿਉਂਕਿ ਜਿਹੜੀਆਂ ਇਹਨੇ ਮੱਲਾਂ ਮਾਰੀਆਂ, ਨਾਮ ਰੌਸ਼ਨ ਕੀਤਾ ਪਿੰਡ ਦਾ, ਜ਼ਿਲ੍ਹੇ ਦਾ, ਸਟੇਟ ਦਾ, ਦੇਸ਼ ਦਾ। ਏਸ਼ੀਆ ਦੇ ਵਿੱਚੋਂ ਗੋਲਡ ਲੈਣਾ ਕੋਈ ਮੁਸ਼ਕਿਲ, ਬਹੁਤ ਮੁਸ਼ਕਿਲ ਹੈ। ਖਾਲਾ ਜੀ ਦਾ ਬੜਾ ਨਹੀਂ, ਬਹੁਤ ਮਿਹਨਤੀ ਕਰਨੀ ਪੈਂਦੀ, ਤਪੱਸਿਆ ਕਰਨੀ ਪੈਂਦੀ ਹੈ। ਇੱਕ ਮੈਂ ਹੱਥ ਬੰਨ੍ਹ ਕੇ ਸਰਕਾਰਾਂ ਨੂੰ ਬੇਨਤੀ ਕਰਦਾ
ਲੰਘ ਗਈ ਸਰਕਾਰ, ਉਹਨੂੰ ਵੀ ਬੇਨਤੀ ਕਰਦਾ ਹੁਣ ਵਾਲੀ ਤੇ ਅਗਲੀ ਵੀ ਜਿਹੜੀ ਮਰਜ਼ੀ ਆ ਜੇ, ਲਿਆਉਣੀ ਤਾਂ ਲੋਕਾਂ ਨੇ ਸਰਕਾਰ, ਵੀ ਇਦਾਂ ਦੇ ਹੀਰੇ ਆ ਜਿਹੜੇ, ਇਹਦੀ ਮੰਗ ਕਰਦੇ ਆ ਵੀ ਇਹਦੀ ਯੋਗਤਾ ਦੇ ਅਨੁਸਾਰ ਇਹਦੇ ਜੋ ਮੈਡਲ ਜਿੱਤੇ ਆ, ਜਿੱਥੋਂ ਤੱਕ ਖੇਡ ਕੇ ਆਇਆ, ਹੋਰ ਵੀ ਨੌਕਰੀਆਂ ਪੜ੍ਹਦੇ ਆ ਅਖਬਾਰਾਂ 'ਚ ਵੀ ਉਹ ਏਸ਼ੀਆ 'ਚ 골ਡ ਆਇਆ ਤਾਂ ਉਹਨੂੰ ਇੰਨਾ ਨਾਮਾਂ ਦਿੱਤਾ ਜਾਊ, ਨੌਕਰੀ ਦਿੱਤੀ ਜਾਊ। ਇਹ ਜਿਹੇ ਹੀਰੇ ਆ ਜਿਹੜੇ, ਇਹਨੂੰ ਗਵਾਓ ਨਾ। ਜਿਹੜੇ ਪੈਦਾ ਹੁੰਦੇ ਆ ਉਹਨਾਂ ਨੂੰ ਹੋਰ, ਇਹਨਾਂ ਨੂੰ ਦੇਖ ਕੇ ਹੋਰ ਪਰਿਵਾਰਾਂ ਦੇ ਮਾਪੇ ਕਹਿਣ ਬੱਚਿਆਂ ਨੂੰ ਵੀ ਉੱਦਾਂ ਦਾ ਬਣ ਇੰਦਰਜੀਤ ਵਰਗਾ। ਉਹਨੇ ਮਿਹਨਤ ਕੀਤੀ ਹੈ, ਦੇਖ ਲੈ, ਨਾਲੇ ਮਾਪਿਆਂ ਦਾ ਨਾਮ ਉੱਚਾ ਕੀਤਾ, ਨਾਲੇ ਉਹਨੂੰ ਐਡਾ ਵੱਡਾ ਰੁਜ਼ਗਾਰ ਮਿਲਿਆ। ਹੁਣ ਨਾਮ ਤਾਂ ਰੋਸ਼ਨ ਕਰ ਲੈਂਦੇ ਆ, ਆਖਰ ਨੂੰ ਤਾਂ ਰੋਜੀ ਰੋਟੀ ਲਈ ਤਾਂ ਕੁਛ ਚਾਹੀਦਾ, ਪਾਪੀ ਪੇਟ ਲਈ ਤਾਂ ਕੋਈ ਰੁਜ਼ਗਾਰ ਚਾਹੀਦਾ, ਨੌਕਰੀ ਚਾਹੀਦੀ ਹੈ, ਨੌਕਰੀ ਲਈ ਮਿਹਨਤ ਕਰਦਾ। ਇਹੀ ਬੇਨਤੀ ਹੈ ਸਰਕਾਰਾਂ ਨੂੰ, ਹਲਕੇ ਦੇ ਇਸ ਮਿਨਿਸਟਰ ਸਾਹਿਬ ਨੂੰ। ਮੈਂ ਤਾਂ ਇੱਕ ਬੇਨਤੀ ਕਰਦਾ ਵੀ ਇਹਦੀ ਜਿਹੜੀ ਮਿਹਨਤ ਆ ਉਹਦਾ ਮੁੱਲ ਦਿਓ, ਨੌਕਰੀ ਦਿਓ, ਕਿਉਂਕਿ ਚੰਗਾ ਨਹੀਂ ਲੱਗਦਾ ਇਹ ਜੇ ਹੀਰੇ ਆ ਜਿਹੜੇ ਇੱਥੇ ਆਪਦੀ ਦੁਕਾਨ ਤੇ ਚਾਹ ਵੇਚ ਕੇ ਗੁਜ਼ਾਰਾ ਕਰਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਕਿ ਤਰਸ ਦੇ ਆਧਾਰ ਤੇ ਮੈਂ ਨੌਕਰੀਆਂ ਦਿੱਤੀਆਂ, ਵਿਧਾਇਕਾਂ ਦੇ ਮੁੰਡਿਆਂ ਨੂੰ ਦੇਤੀਆਂ, ਪਰ ਇਹ ਮੁੰਡੇ ਦਿਖੇ ਨਹੀਂ ਉਹਨਾਂ ਨੂੰ। ਉਹੀ ਤਾਂ ਕਹਿਣਾ ਜੀ, ਐਮਐਲਏ ਸਾਹਿਬ ਦੇ ਬੱਚਿਆਂ ਨੂੰ ਤਾਂ ਨੌਕਰੀ ਦੇਤੀਆਂ, ਤੇ ਜਿਹੜੇ ਹੀਰੇ ਆ ਟਿਕਟੌਕ ਤੇ ਹੋਰ ਹੀ ਕੁਝ ਦਿਸਦਾ। ਕੈਪਟਨ ਸਾਹਿਬ ਨੂੰ ਪਤਾ ਨਹੀਂ ਕੁਝ ਹੋਰ ਹੀ ਕੁਝ ਦੇਖਦੇ ਨੇ। ਇੱਕ ਟਿਕਟੌਕ ਤੇ ਕੋਈ ਨਿੱਕਾ ਜਿਹਾ ਬੱਚਾ ਉਹ ਕਲਾਕਾਰ ਬਣਾ, ਵੱਡਾ ਹੋ ਕੇ ਮੈਂ ਕਹਿੰਦਾ ਬਹੁਤ ਨਾਮ ਰੋਸ਼ਨ ਕਰੇ, ਤੇ ਉਹਦੇ ਪਰਿਵਾਰ ਉਹਦੇ ਘਰੇ ਵੀ ਨੌਕਰੀ ਦੇ ਸਕਦੇ ਆ। ਵੱਡੀ ਗੱਲ ਚੱਲ ਦੇਤੀ ਉਹਨੂੰ, ਬੱਚੇ ਤੇ ਤਰਸ ਆਇਆ, ਤਰਸ ਤੇ ਦਿੱਤੀ ਨਾ, ਵੀ ਬੱਚੇ ਤੇ ਤਰਸ ਕੀਤਾ ਵੀ ਕਿੰਨਾ ਵਧੀਆ ਉਹ ਬੱਚਾ ਹਰ ਰੋਜ਼ ਮੁੱਦਿਆਂ ਤੇ ਇੱਕ ਆਪਦੀ ਟਿਕਟੌਕ ਕਰਦਾ। ਤੇ ਫਿਰ ਇਹਦੇ ਵਾਸਤੇ ਕਿੱਧਰ ਗਈ? ਇਹਦਾ ਤਰਸ ਵੀ ਨਹੀਂ ਕਰਨਾ ਚਾਹੀਦਾ ਇਹਨੂੰ, ਇਹਦਾ ਕਾਬਲੀਅਤ ਆ, ਕਿਉਂ ਤਰਸ ਵੀ ਕਾਬਲੀਅਤ ਤੇ ਨੌਕਰੀ ਮੰਗਦਾ, ਨੌਕਰੀ ਦੇਣੀ ਚਾਹੀਦੀ ਆ। ਇਹੀ ਬੇਨਤੀ ਕਰਨਾ ਆ। ਮੈਂ ਹੱਥ ਜੋੜ ਕੇ ਬੇਨਤੀ ਫੇਰ ਕਰਦਾ ਵੀ ਮੈਂ ਇੱਕ ਪੰਜਾਬੀ ਲੋਕ ਗਾਇਕ ਦੇ ਥਾਂ 'ਤੇ ਆਇਆ, ਕਿਉਂਕਿ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰਦਾ, ਮੈਨੂੰ ਪੰਜਾਬੀਆਂ ਨੇ ਰੋਜੀ ਰੋਟੀ ਦਿੱਤੀ ਆ। ਕਿਸੇ ਵੀ ਰਾਜਨੀਤਿਕ ਖੇਡ ਖੇਡਣ ਨਹੀਂ ਆਇਆ ਮੈਂ, ਕਿਉਂਕਿ ਪੋਲੀਟੀਕਲ ਲੋਕ ਖੇਡਣ ਆਉਂਦੇ, ਕਿਸੇ ਦਾ ਆਸਰਾ ਲੈ ਕੇ ਆਪਦੀ ਰਾਜਨੀਤੀ ਚਮਕਾਉਂਦੇ ਆ। ਮੈਂ ਫੇਰ ਬੇਨਤੀ ਕਰਦਾ ਵੀ ਮੈਂ ਇੱਕ ਇੰਦਰਜੀਤ ਵਰਗੇ ਹੀਰੇ ਲਈ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਨਾ ਹੈ ਵੀ ਇਹਨੂੰ ਰੁਜ਼ਗਾਰ ਦਿੱਤਾ ਜਾਵੇ, ਇਹਨੂੰ ਵਧੀਆ ਨੌਕਰੀ ਦਿੱਤੀ ਜਾਵੇ। ਇਹਦੀ ਸੋਚ ਸੀ ਮੈਂ ਡੀਐਸਪੀ ਭਰਤੀ ਹੋਵਾਂ, ਮੈਨੂੰ ਐਂ ਰੱਖਣ ਡੀਐਸਪੀ ਸਿੱਧਾ ਘਰੇ ਆ ਕੇ, ਤੇ ਉਹ ਡੀਐਸਪੀ ਜਿਹੜੀ ਇਹਦੇ ਮਨ 'ਚ ਗੱਲ ਹੈ, ਡੀਐਸਪੀ ਦਾ ਇੰਸਪੈਕਟਰ ਹੀ ਰੱਖ ਲੈਣ। ਹੱਥ ਬੰਨ੍ਹ ਕੇ ਬੇਨਤੀ ਆ, ਜੇ ਹੀਰੇ ਨੂੰ ਨੌਕਰੀ ਦਿੱਤੀ ਤਾਂ ਪੰਜਾਬ ਦੇ ਵਿੱਚ ਅਨੇਕਾਂ ਹੀਰੇ ਪੈਦਾ ਹੋਣਗੇ ਇਹਨੂੰ ਦੇਖ ਕੇ। ਹੋਰ ਵੀ ਹੀਰੇ ਆ ਜਿਹੜੇ ਉਹਨਾਂ ਕਨੀ ਨਿਗਾਹ ਮਾਰੀ ਜਾਵੇ, ਉਹਨਾਂ ਕਨੀ ਧਿਆਨ ਦਿੱਤਾ ਜਾਵੇ। ਬਹੁਤ ਬਹੁਤ ਧੰਨਵਾਦ ਸਰਕਾਰ ਦਾ। ਮੈਂ ਫੇਰ ਬੇਨਤੀ ਕਰਦਾ ਕੈਪਟਨ ਸਾਹਿਬ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਸੀਐਮ ਪੰਜਾਬ, ਮਿਨਿਸਟਰ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਜੀ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਹੀਰਿਆਂ ਨੂੰ ਸਾਂਭੋ ਤੇ ਇਹਨਾਂ ਨੂੰ ਨੌਕਰੀ ਦਿਓ, ਤੇ ਫਿਰ ਪਤਾ ਨਹੀਂ ਪੰਜਾਬ ਦੇ ਕਿੰਨੇ ਕੁ ਹੀਰਾ ਪੈਦਾ ਹੋਣਗੇ। ਬਹੁਤ ਬਹੁਤ ਧੰਨਵਾਦ। ਹੀਰੇ ਕੰਨੀ ਖਿਆਲ ਰੱਖੋ। ਹਲੇ ਇਧਰੋਂ ਡੈਡਲਾਈਨ ਮਿਲ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਚੋਣ ਵਾਅਦੇ ਪੂਰੇ ਕਰਨੇ, ਇਸ ਡੈਡਲਾਈਨ 'ਚ ਕਰਨੇ। ਉਸ ਡੈਡਲਾਈਨ ਦੇ ਵਿੱਚ ਤਾਂ ਇਹ ਵੀ ਹੈ ਕਿ ਨੌਕਰੀਆਂ ਵੀ ਦੇਣੀਆਂ, ਕਿਉਂਕਿ ਵਾਅਦਾ ਕਰਕੇ ਤਾਂ ਵੱਡਾ ਆਏ ਸੀਗੇ ਕਿ ਅਸੀਂ ਨੌਕਰੀਆਂ ਦੇਵਾਂਗੇ ਬੇਰੁਜ਼ਗਾਰਾਂ ਨੂੰ। ਕੀ ਲੱਗਦਾ ਕਿ ਉਸ ਡੈਡਲਾਈਨ ਦੇ ਵਿੱਚ ਇੰਦਰਜੀਤ ਦਾ ਨਾਮ ਆਉਣਾ ਜ਼ਰੂਰੀ ਹੈ? ਨਹੀਂ, ਉਹ ਤਾਂ ਗੱਲ ਘਰ ਘਰ ਦੀ ਨੌਕਰੀ, ਮੈਂ ਰਾਜਨੀਤਿਕ ਗੱਲ ਨਹੀਂ ਕਰਦਾ ਜੀ। ਮੈਂ ਅੱਜ ਮੈਂ ਇੰਦਰਜੀਤ ਵਾਸਤੇ ਆਇਆ, ਉਹ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਕਿਹੜੇ ਵਾਅਦੇ ਕੀਤੇ ਸੀ। ਮੈਂ ਬੋਲੂ, ਮੈਨੂੰ ਕਿਹੜਾ ਬਾਹਲਾ ਪਤਾ ਲੱਗਦਾ। ਸਾਰੇ ਉੱਚੀ ਉੱਚੀ ਬੋਲ ਕੇ ਪੁਕਾਰ ਕਹੇ ਆ ਵੀ ਜਿਹੜੇ ਵਾਅਦੇ ਕੀਤੇ ਪੂਰੇ ਨਹੀਂ ਕੀਤੇ। ਉਹ ਫਿਰ ਰਾਜਨੀਤੀ ਗੱਲ ਹੋ ਜੂਗੀ। ਰਾਜਨੀਤਿਕ ਬੰਦਾ ਬਣ ਕੇ ਨਹੀਂ ਆਇਆ। ਮੈਂ ਇੱਕ ਬੇਨਤੀ ਕਰਨ ਆਇਆ ਕਲਾਕਾਰ ਤੌਰ ਤੇ। ਉਹ ਸਾਰਿਆਂ ਦਾ ਮੁੱਦਾ, ਅੱਜ ਮੁੱਦਾ ਮੇਰਾ ਇੰਦਰਜੀਤ ਦੇ ਨਾਲ ਆ। ਇਹ ਹੀਰਾ ਇੱਕ, ਇਹ ਜਿਹੜਾ ਵੇਟ ਲਿਫਟਰ ਉਹ ਆ ਜਿਹਨੇ ਏਸ਼ੀਆ 골ਡ ਲੈਤਾ ਤੇ ਵਰਲਡ ਦੇ ਵਿੱਚ ਇਹਨੇ ਪਾਰਟਿਸਿਪੇਟ ਕੀਤਾ, ਤੇ ਇਹ ਵਰਲਡ ਦੇ ਵਿੱਚ ਵੀ 골ਡ ਲੈ ਕੇ ਆਊਗਾ। ਪਰ ਥਾਪੀ ਦੇਣ, ਇਹਨੂੰ ਨੌਕਰੀ ਦੇਣ, ਤੇ ਜਿੰਨੀ ਮਿਹਨਤ ਹੁਣ ਹੋਰ ਕਰਦਾ, ਤੇ 24 ਦੇ 48 ਘੰਟੇ ਕਿਹੜਾ ਨਾ ਕਰਦੇ ਮਿਹਨਤ ਕਰਨ ਵਾਸਤੇ। ਇਹਨਾਂ ਨੂੰ ਸਾਂਭੋ ਬਸ, ਮੇਰੀ ਇਹੀ ਬੇਨਤੀ ਅੱਜ। ਤੇ ਇਦਾਂ ਦੇ ਜਿਹੜੇ ਹੋਰ ਹੀਰੇ ਮਿਲਣਗੇ ਤੁਹਾਨੂੰ ਵੀ ਬੇਨਤੀ ਕਰਦਾ ਮੈਂ, ਡੇਲੀ ਪੋਸਟ ਵਾਲਿਆਂ ਨੂੰ, ਉਹਨਾਂ ਨੂੰ ਲੱਭੋ। ਉਹ ਹੀਰਿਆਂ ਨੂੰ, ਗਵਾਚੇ ਹੀਰੇ ਨਹੀਂ ਹੁੰਦੇ, ਉਹ ਹੀਰਾ ਤਾਂ ਰੂੜੀ 'ਚ ਪਿਆ ਵੀ ਦਗਦਾ ਹੁੰਦਾ। ਇਹ ਹੀਰੇ ਆ, ਤੁਸੀਂ ਉਹਨਾਂ ਲੱਭੋ, ਇਹਨਾਂ ਦੇ ਮੂਹਰੇ ਪੇਸ਼ ਕਰੋ ਸਰਕਾਰਾਂ ਦੇ, ਤੇ ਆਪਾਂ ਹੰਭਲਾ ਮਾਰ ਕੇ ਇਹੋ ਜਿਹੇ ਜਵਾਨ ਮੁੰਡਿਆਂ ਨੂੰ, ਮਿਹਨਤ ਕਰਨ ਵਾਲੇ, ਦਿਨ ਰਾਤ ਇੱਕ ਕਰਨ ਵਾਲੇ, ਇਹਨਾਂ ਨੂੰ ਆਪਾਂ ਨੌਕਰੀਆਂ ਦਿਵਾਈਏ। ਧੰਨਵਾਦ। ਇੰਦਰਜੀਤ ਸਿੱਧੂ ਸਾਹਿਬ ਕਹਿੰਦੇ ਕਿ ਅਸੀਂ ਹੁਣ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਵਾਂਗੇ। ਬਲਕਾਰ ਸਿੱਧੂ ਹੁਣਾਂ ਨੇ ਵੀ ਇਹੀ ਗੱਲ ਕਹੀ ਆ, ਹੈ ਨਾ? ਕੀ ਲੱਗਦਾ ਕਿ ਸਾਡੀ ਤੁਹਾਡੀ ਨਹੀਂ ਪਹੁੰਚੀ, ਇਹਨਾਂ ਦੀ ਸੁਣ ਲੈਣਗੇ? ਹਾਂਜੀ, ਮੈਨੂੰ ਆਸ ਆ ਬਾਈ ਹੋਰਾਂ 'ਤੇ ਵੀ ਮੇਰੀ ਆਵਾਜ਼ ਪਹੁੰਚਾਉਣਗੇ ਜੀ, ਕਿਉਂਕਿ ਉਹ ਖੁਦ ਕਾਂਗਰਸ 'ਚ ਰਹੇ ਆ ਪਹਿਲਾਂ। ਖਬਰਾਂ ਉਹਨਾਂ ਦੀ ਸੀਐਮ ਸਾਹਿਬ ਸੁਣ ਲੈਣ। ਬਿਲਕੁਲ। ਹਾਂਜੀ। ਤੇ ਜਿਸ ਤਰੀਕੇ ਨਾਲ ਗੱਲ ਕਰ ਰਹੇ ਨੇ ਕਿ ਦੁਕਾਨ ਸਰਕਾਰੀ ਇੱਥੇ ਜ਼ਮੀਨ ਤੇ ਆ, ਹੈ ਨਾ? ਕਿੰਨੀ ਦੇਰ ਹੋ ਗਈ ਇਸ ਦੁਕਾਨ ਤੇ? ਇਹ ਹੋ ਗਈ 12-13 ਸਾਲ ਮੈਮ।
ਤੇ ਸਾਰੀ ਓਪਨ ਹੀ ਆ ਲਗਭਗ, ਮੈਂ ਤੁਸੀਂ ਦੇਖ ਹੀ ਚੁੱਕੇ ਹੋ। ਤੇ ਮੈਂ ਇੱਥੇ ਹੀ ਪੈਂਦਾ ਜੀ ਰਾਤ ਨੂੰ, 15 ਸਾਲ ਹੋ ਗਏ ਮੈਡਮ ਮੈਨੂੰ ਪੈਂਦੇ ਨੂੰ। ਇੱਥੇ ਮੇਰੇ ਐਂ ਨਹੀਂ ਪਤਾ ਨਾਲ ਰਾਤ ਨੂੰ ਕੁੱਤੇ ਪਈ ਜਾਣ ਜੀ, ਜਾਂ ਨਾਲ ਮੇਰੇ ਕੁੱਤੇ ਕੋਲੇ ਭੌਂਕੀ ਜਾਣ ਜੀ। ਤੇ ਖੜਕਾ ਤੁਸੀਂ ਦੇਖ ਹੀ ਲਿਆ ਟਰੱਕਾਂ ਬੱਸਾਂ ਦਾ। ਤੇ ਸਾਰੀ ਰਾਤ ਮੈਂ ਜਾਗ ਕੇ ਲੰਘਾ ਦਿੰਦਾ ਅੱਧੀ। ਤੇ ਮੈਨੂੰ ਤੁਸੀਂ ਐਂ ਦੱਸੋ ਵੀ ਮੈਂ ਤੜਕੇ ਫੇਰ 5 ਵਜੇ ਉੱਠ ਖੜਦਾ ਜੀ। 5 ਵਜੇ ਉੱਠ ਕੇ ਫਿਰ ਮੈਂ ਇੱਥੇ 1 ਵਜੇ ਤੱਕ ਰਹਿਣਾ ਜੀ। 1 ਵਜੇ ਜਾ ਕੇ ਮੈਂ ਨਹਾ ਧੋ ਕੇ ਰੋਟੀ ਪਾਣੀ ਖਾ ਕੇ 3 ਵਜੇ ਮੈਂ ਬਠਿੰਡੇ ਜਾਂਦਾ ਪ੍ਰੈਕਟਿਸ ਕਰਨ। ਅੱਛਾ, ਬਠਿੰਡੇ ਤੁਸੀਂ ਹਾਲੇ ਵੀ ਜਾਂਦੇ ਹੋ ਪ੍ਰੈਕਟਿਸ ਲਈ? ਹਾਂਜੀ ਮੈਮ। ਤੇ ਜਿਹੜੀਆਂ ਬੱਸਾਂ ਤੇ ਜਾਂਦਾ ਨਾ ਜੀ, ਉਹ ਬੱਸਾਂ ਵਾਲਿਆਂ ਨੇ ਵੀ, ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਮੁੰਡਾ ਰੋਜ਼ ਚੜ੍ਹਦਾ ਸਾਡੇ ਨਾਲ, ਉਹਨਾਂ ਨੇ ਮੈਨੂੰ ਪੁੱਛਿਆ ਵੀਰੇ ਕੀ ਕਰਦਾ। ਮੈਂ ਕਿਹਾ ਜੀ ਮੈਂ ਪਲੇਅਰ ਐਂ ਕਰਕੇ। ਮੈਂ ਜਦੋਂ ਦੱਸਿਆ ਮੈਂ ਇੰਟਰਨੈਸ਼ਨਲ ਪਲੇਅਰ ਹੈ, ਕਹਿੰਦੇ ਉਹਨਾਂ ਨੇ ਜੀ 50 ਰੁਪਏ ਕਰਾਇਆ। ਉਹਨਾਂ ਨੇ ਮੈਨੂੰ ਅੱਧਾ ਕਰਾਇਆ ਵੀ, ਅੱਧਾ ਕਹਿਤਾ ਵੀ ਸਾਨੂੰ ਇੱਕ PRTC ਦੇ ਇੱਥੇ ਮੁਲਾਜ਼ਮ ਨੇ, ਉਹ ਹੈਂਡੀਕੈਪਟ ਨੇ, ਉਹਨਾਂ ਦਾ ਮੈਂ ਨਾਂ ਥੋੜ੍ਹਾ ਮੇਰੇ ਦਿਮਾਗ 'ਚ ਨਹੀਂ ਆ ਰਿਹਾ। ਉਹਨਾਂ ਨੇ ਵੀ ਕਿਹਾ ਜੀ, ਹੋਰ ਬੰਦੇ ਨੇ ਕਹਿੰਦੇ ਤੂੰ ਸਾਨੂੰ ਯਾਰ 20 ਰੁਪਏ ਦੇ ਦਿਆ ਕਰ। 1-2 ਬੱਸਾਂ ਵਾਲੇ ਤਾਂ ਮੈਂ ਤੋਂ ਕਦੇ ਕਿਰਾਇਆ ਲੈਂਦੇ ਵੀ ਨਹੀਂ ਸੀ। ਕੋਈ ਗੱਲ ਨਹੀਂ, ਕਹਿੰਦੇ ਤੂੰ ਦੇਸ਼ ਦਾ ਨਾਮ ਰੋਸ਼ਨ ਕਰਨਾ। ਮੈਂ ਐਂ ਸੋਚਦਾ ਜੀ ਵੀ ਮੈਨੂੰ ਬੱਸਾਂ ਵਾਲਿਆਂ ਨੇ ਤਾਂ ਤਰਸ ਖਾ ਲਿਆ, ਤੇ ਮੈਂ ਸਰਕਾਰ ਅੱਗੇ ਨੂੰ ਵੀ ਕਹਿੰਦਾ ਜੀ ਵੀ ਤੁਸੀਂ ਵੀ ਖਾ ਲਓ। ਹਾਂਜੀ, ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਔਰ ਇੱਕ ਆਸ ਉਮੀਦ ਜ਼ਰੂਰ ਹੈ ਕਿ ਇੱਥੇ ਆ ਜਿਹੜੀ ਤੁਹਾਡੀ ਦੁਕਾਨ ਤੇ ਨਾ ਇੱਕ ਰੋਸ਼ਨੀ ਆਏਗੀ। ਆ ਥੱਲੇ ਹੁਣ ਤੈਨੂੰ ਸੌਣਾ ਨਹੀਂ ਪਏਗਾ। ਇੱਕ ਆਸ ਲੈ ਕੇ ਅਸੀਂ ਵੀ ਚੱਲੇ ਹਾਂ, ਔਰ ਛੇਤੀ ਮੈਨੂੰ ਲੱਗਦਾ ਹੈ ਕਿ ਕੁਛ ਨਾ ਕੋਈ ਹੱਲ ਜ਼ਰੂਰ ਹੋਏਗਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਇੱਕ ਹੌਂਸਲਾ ਰੱਖਣਾ ਹੈ, ਅੱਖਾਂ 'ਚੋਂ ਹੰਝੂ ਨਹੀਂ ਲੈ ਕੇ ਆਉਣੇ। ਥੈਂਕ ਯੂ ਮੈਮ। ਹਾਂਜੀ, ਹਾਂ, ਸੋ ਇਹ ਸਨ ਸਾਡੇ ਨਾਲ ਇੰਦਰਜੀਤ ਸਿੰਘ। ਪਹਿਲਾਂ ਵੀ ਮੈਂ ਕਿਹਾ ਕਿ ਜਿਸ ਤਰ੍ਹਾਂ ਮੁੰਡੇ ਛੇਤੀ ਰੋਂਦੇ ਨਹੀਂ ਹੁੰਦੇ, ਜੇ ਦਿਲ 'ਚ ਵੱਡਾ ਦਰਦ ਦਬਾਈ ਬੈਠਾ ਨਾ ਇੰਦਰਜੀਤ, ਤਾਂ ਹੀ ਕਰਕੇ ਅੱਖਾਂ 'ਚ ਹੰਝੂ ਆਏ ਨੇ। ਤੇ ਹੱਥ ਜੋੜ ਕੇ ਆਪ ਸਭ ਨੂੰ ਅਪੀਲ ਹੈ ਉਹਨਾਂ ਨੂੰ ਕਿ ਤਰਸ ਦੇ ਆਧਾਰ 'ਤੇ ਨਹੀਂ, ਇਹ ਆਪਣੀ ਕਾਬਲੀਅਤ ਦੇ ਆਧਾਰ 'ਤੇ ਇੱਕ ਨੌਕਰੀ ਦੀ ਮੰਗ ਕਰ ਰਹੇ ਨੇ, ਜ਼ਰੂਰ ਸੁਣੀ ਜਾਵੇ। ਜੇਕਰ ਅੱਜ ਇਹਨਾਂ ਨੂੰ ਔਨ ਗੋਲ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚੋਂ ਖਿਡਾਰੀ ਪੈਦਾ ਹੋਣੇ ਨਹੀਂ ਹੋਣਗੇ। ਉਹਨਾਂ ਦਾ ਦਿਲ ਵੀ ਟੁੱਟ ਜਾਏਗਾ ਕਿ ਅਸੀਂ ਵੀ ਇੱਧਰ ਨਹੀਂ ਜਾਣਾ ਹੈਗਾ। ਸੋ ਇੱਕ ਆਸ ਉਮੀਦ। ਕੈਪਟਨ ਸਾਹਿਬ, ਆ ਇੰਟਰਵਿਊ ਨੂੰ ਸੁਣਿਓ ਜ਼ਰੂਰ, ਜਰਾ ਗੌਰ ਦੇ ਨਾਲ ਸ਼ੁਰੂ ਤੋਂ ਲੈ ਕੇ ਸਾਰੀਆਂ ਗੱਲਾਂ ਸੁਣਿਓ। ਤੁਹਾਡੇ ਪਿੰਡ ਦਾ ਮੁੰਡਾ ਇੰਨਾ ਉੱਚਾ ਤੁਹਾਡਾ ਨਾਮ ਰੋਸ਼ਨ ਕਰ ਰਿਹਾ, ਤੇ ਇੱਕ ਵਾਰੀ ਆ ਕੇ ਮੁਲਾਕਾਤ ਕਰਕੇ ਜਾਇਓ। ਸੋ ਹੁਣ ਤੁਹਾਡੇ ਤੋਂ ਅਸੀਂ ਲਵਾਂਗੇ ਆਗਿਆ। ਸਹਿਯੋਗੀ ਸਾਥੀ ਵਿੱਕੀ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ। ਭਾਵੁਕ ਫਿਰ ਹੋ ਗਏ ਹੋ, ਕੀ ਗੱਲ ਹੋ ਗਈ ਹੈ? ਕਿਉਂ ਭਾਵੁਕ ਹੋ ਜਾਂਦੇ ਹੋ ਤੁਸੀਂ? ਤੁਸੀਂ ਇੰਨਾ ਭਾਵੁਕ ਨਾ ਹੋਵੋ। ਅਸੀਂ ਇਹ ਦਰਦ ਦੇਖ ਕੇ ਇੱਥੇ ਆਏ ਆ ਇੰਦਰਜੀਤ ਤੁਹਾਡਾ। ਕਿੱਧਰ ਨੂੰ ਜਾਈਏ ਅਸੀਂ? ਇੰਨਾ ਦਰਦ ਕਿਉਂ ਸੀਨੇ 'ਚ ਲੁਕੋਈ ਬੈਠੇ ਹੋ? ਤੁਹਾਡੇ ਸਾਹਮਣੇ ਆ ਮੈਡਮ, ਇਹਨਾਂ ਨੂੰ ਖਾ ਤਾਂ ਸਕਦੇ ਨਹੀਂ ਅਸੀਂ ਜੀ। ਹੱਕ ਮੰਗਦੇ ਆ, ਹੱਕ ਵੀ ਨਹੀਂ ਮਿਲ ਰਿਹਾ ਸਾਨੂੰ ਸਾਡਾ। ਮੇਰੇ ਘਰ ਦੇ ਨੇ ਤਾਂ ਗੁਰਦੁਆਰੇ ਜੀ ਮੱਥੇ ਟੇਕੇ ਜੀ ਵੀ ਸਾਡਾ ਮੁੰਡਾ ਮਿਲ। ਪਰ ਫਿਰ ਵੀ ਮੇਰੀ ਕੋਈ ਸੁਣਵਾਈ ਨਹੀਂ। ਇੰਨੇ ਮੈਡਲ ਜਿੱਤ ਕੇ ਵੀ ਮੈਂ ਆਉਂਦਾ ਹੀ। ਜੇ ਮਰਦੇ ਆ ਤਾਂ ਅਗਲਾ ਕਹਿੰਦਾ ਜੀ ਇੰਟਰਨੈਸ਼ਨਲ ਪਲੇਅਰ ਨੇ ਆਤਮ ਹੱਤਿਆ ਕਰ ਲਈ। ਜੇ ਹਥਿਆਰ ਚੱਕਦੇ ਆ ਜੀ ਤਾਂ ਸਾਨੂੰ ਮੀਡੀਆ ਵਾਲੇ ਕਹਿੰਦੇ ਆ ਗੈਂਗਸਟਰ ਹੈ। ਗੈਂਗਸਟਰ ਕਹਿ ਕੇ ਮਾਰਿਆ ਜਾਂਦਾ ਜੀ ਸਾਨੂੰ। ਉੱਥੇ ਆਏ ਵੀ ਦੇਖੋ ਜੀ ਵੀ ਪਲੇਅਰ ਮਾਰਤਾ ਕੋਈ, ਉੱਥੇ ਆਏ ਨਹੀਂ ਨਾ ਦੇਖਦੇ ਵੀ ਅੱਜ ਕੋਈ ਪਲੇਅਰ ਮਰਿਆ। ਜੈਪਾਲ ਭੁੱਲਰ ਮਰਿਆ ਜੀ, ਉਹ ਨੈਸ਼ਨਲ ਪਲੇਅਰ ਸੀ ਜੀ ਜਿਹੜਾ ਮਰਿਆ। ਕਦੇ ਕਿਸੇ ਮੀਡੀਆ ਵਾਲੇ ਨੇ ਨਹੀਂ ਦਿਖਾਇਆ ਵੀ ਉਹ ਪਲੇਅਰ ਸੀ ਜੀ। ਜੇ ਤੰਦਰੁਸਤ ਪੰਜਾਬ ਨੂੰ ਤੰਦਰੁਸਤੀ ਰੱਖਣਾ ਚਾਹੁੰਦੇ ਹੋ ਤਾਂ ਤੰਦਰੁਸਤ ਮੁੰਡਿਆਂ ਬੰਨੀ ਵੀ ਧਿਆਨ ਦਿਓ ਜੀ। ਤੰਦਰੁਸਤ ਪੰਜਾਬ ਫੇਰ ਹੀ ਰਹੂਗਾ ਜੀ ਜੇ ਕੁਝ ਖਾਊਗਾ। ਅਸੀਂ ਮੈਡਲ ਤਾਂ ਖਾ ਨਹੀਂ ਸਕਦੇ। ਨੈਸ਼ਨਲ ਰਿਕਾਰਡ ਹੋਲਡਰ ਹਾਂ ਜੀ ਮੈਂ। ਆਪਦਾ ਹੀ ਰਿਕਾਰਡ ਤੋੜ ਕੇ ਮੈਂ ਦੁਬਾਰੇ ਫੇਰ ਆਪਦਾ ਹੀ ਲਾਇਆ ਨੈਸ਼ਨ ਤੇ। ਤੇ ਏਸ਼ੀਆ ਦਾ ਚੈਂਪੀਅਨ ਹੈ ਜੀ ਜਿਹੜਾ ਮੈਂ ਬਠਿੰਡੇ ਜ਼ਿਲ੍ਹੇ ਨੂੰ 15 ਸਾਲ ਬਾਅਦ 골ਡ ਦਿੱਤਾ ਹੈ। 15 ਸਾਲ ਪਹਿਲਾਂ ਇੱਕ ਕੁੜੀ ਸੀ ਸਾਡੀ ਜਿਹੜੀ ਜਿੱਤ ਗਈ ਸੀ, ਉਹ ਸਿਲਵਰ ਮੈਡਲ ਜਿੱਤ ਗਈ ਸੀ। ਉਸ ਤੋਂ ਬਾਅਦ ਮੈਂ 15 ਸਾਲਾਂ ਬਾਅਦ ਮੈਂ ਮਨਪ੍ਰੀਤ ਜੀ ਨੂੰ ਵੀ ਦੱਸਿਆ ਵੀ ਸੀ, ਮਨਪ੍ਰੀਤ ਬਾਦਲ ਜੀ ਨੂੰ ਵੀ ਮੈਂ ਮਿਲਿਆ ਸੀ ਉਦੋਂ ਵੀ ਜੀ ਮੈਂ ਤੁਹਾਡੇ ਜ਼ਿਲ੍ਹੇ ਨੂੰ 15 ਸਾਲਾਂ ਬਾਅਦ 골ਡ ਦੇ ਰਿਹਾ। ਜਿਹੜਾ ਸਿਲਵਰ ਮੈਡਲ ਨੂੰ 골ਡ 'ਚ ਤਬਦੀਲ ਕੀਤਾ ਸੀ ਜੀ ਮੈਂ, ਉਹ ਲੇਡੀਜ਼ ਦਾ ਮੈਡਲ ਮੈਂ 골ਡ 'ਚ ਤਬਦੀਲ ਕਰਕੇ ਲੈ ਕੇ ਆਇਆ। ਪਰ ਮੇਰੀ ਕੋਈ ਸੁਣਵਾਈ ਨਹੀਂ ਸੀ। ਕੋਈ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ ਮੈਂ। ਕੋਈ ਕਹਿੰਦਾ ਨਹੀਂ ਜੀ ਵੀ ਮੈਨੂੰ ਅਫਸਰ ਲਾਓ ਜਾਂ A ਕਲਾਸ ਦੀ ਦਿਓ ਜਾਂ B ਕਲਾਸ ਦੀ ਦਿਓ, ਚਾਹੇ ਮੈਨੂੰ C ਕਲਾਸ ਦੀ D ਕਲਾਸ ਦੀ ਪੋਸਟ ਦਿਓ, ਪਰ ਮੈਨੂੰ ਰੁਜ਼ਗਾਰ ਦਿਓ ਜੀ। ਮੈਂ ਭੁੱਖਾ ਮਰ ਰਿਹਾ ਜੀ ਹੁਣ। ਨਾ ਤਾਂ ਮੈਂ ਇਹ ਮੈਡਲ ਖਾ ਸਕਦਾ ਜੀ ਮੈਂ, ਨਾ ਮੈਂ ਟਰਾਫੀਆਂ ਖਾ ਸਕਦਾ।
ਕਿਉਂਕਿ 8000 ਰੁਪਏ ਮੈਂ ਕਿਸ਼ਤ ਭਰਦਾ ਜੀ 8855 ਰੁਪਏ ਬੈਂਕ ਦੀ, ਜਿਹੜਾ ਮੇਰਾ ਮਕਾਨ ਗਹਿਣੇ ਪਿਆ ਜੀ ਉਹਦੀ। ਮੈਨੂੰ ਲੱਗਦਾ ਨਹੀਂ ਵੀ ਮੈਂ ਉਹ ਕਿਸ਼ਤ ਵੀ ਭਰਨ ਜੋਗਰਾ ਰਹੂੰਗਾ ਜੀ। ਮੈਂ 2 ਇੰਟਰਨੈਸ਼ਨਲ ਖੇਡਿਆ ਮੈਮ, ਇੱਕ ਏਸ਼ੀਆ ਦੀ ਮੈਂ 70000 ਰੁਪਏ ਐਂਟਰੀ ਭਰੀ ਹੈ ਜੀ, ਵਰਲਡ ਦੀ ਮੈਂ 1,30,000 ਰੁਪਏ ਐਂਟਰੀ ਭਰੀ ਹੈ ਜੋ ਸਾਊਥ ਅਫਰੀਕਾ ਗਿਆ ਜੀ ਮੈਂ। ਉਹ 'ਚ ਮੇਰੇ 50,000 ਰੁਪਏ ਮੈਂ ਨਾਲ ਵੀ ਲੈ ਕੇ ਗਿਆ ਜੀ, ਜਿਹਦੇ ਵਿੱਚੋਂ ਮੇਰੇ ਉੱਥੇ ਕਾਸਟਮ ਪਾਸ ਨਹੀਂ ਕੀਤੇ ਗਏ। 20,000 ਰੁਪਏ ਦਾ ਇੱਕ ਕਾਸਟਮ ਆ ਜੀ ਮੇਰਾ, ਮੈਂ 2 ਕਾਸਟਮ ਹੀ ਲੈ ਲਏ ਉੱਥੇ 40,000 ਰੁਪਏ ਦੇ ਜੀ। ਮੇਰੇ ਕੋਲੇ ਖਾਣ ਨੂੰ ਵਾਲਾ ਕਿ ਉੱਥੇ ਕੋਈ ਪੈਸਾ ਨਹੀਂ ਸੀ। 10,000 ਰੁਪਏ ਦਾ ਉੱਥੇ ਮੈਨੂੰ 1000 ਰੈਂਡ ਮਿਲਿਆ ਸੀ ਜੀ ਉੱਧਰਲਾ। 1000 ਨਾਲ ਮੈਂ ਕੀ ਖਾ ਲੈਂਦਾ ਤੇ ਕੀ ਜਿੱਤ ਕੇ ਦੇ ਦਿੰਦਾ ਜੀ ਸਰਕਾਰ ਨੇ। ਮੇਰੇ 4 ਮੈਡਲ ਨੈਸ਼ਨਲ 'ਚੋਂ ਆ ਜੀ, 7-8 ਪਤਾ ਨਹੀਂ 10 ਹੈ, ਮੈਨੂੰ ਸਟੇਟ 'ਚੋਂ ਤਾਂ ਮੈਂ ਕਦੇ ਗਿਣੇ ਨਹੀਂ ਜੀ। ਹਾਂਜੀ, ਸਟੇਟ 'ਚੋਂ ਵੀ ਮੇਰੇ ਲਗਭਗ 5-6 골ਡ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਕਿ ਤਰਸ ਦੇ ਆਧਾਰ ਤੇ ਮੈਂ ਨੌਕਰੀਆਂ ਦਿੱਤੀਆਂ, ਵਿਧਾਇਕਾਂ ਦੇ ਮੁੰਡਿਆਂ ਨੂੰ ਦੇਤੀਆਂ, ਪਰ ਇਹ ਮੁੰਡੇ ਦਿਖੇ ਨਹੀਂ ਉਹਨਾਂ ਨੂੰ। ਉਹੀ ਤਾਂ ਕਹਿਣਾ ਜੀ, ਐਮਐਲਏ ਸਾਹਿਬ ਦੇ ਬੱਚਿਆਂ ਨੂੰ ਤਾਂ ਨੌਕਰੀ ਦੇਤੀਆਂ, ਤੇ ਜਿਹੜੇ ਹੀਰੇ ਆ ਟਿਕਟੌਕ ਤੇ ਹੋਰ ਹੀ ਕੁਝ ਦਿਸਦਾ। ਕੈਪਟਨ ਸਾਹਿਬ ਨੂੰ ਪਤਾ ਨਹੀਂ ਕੁਝ ਹੋਰ ਹੀ ਕੁਝ ਦੇਖਦੇ ਨੇ। ਇਹਦੀ ਸੋਚ ਸੀ ਮੈਂ ਡੀਐਸਪੀ ਭਰਤੀ ਹੋਵਾਂ, ਮੈਨੂੰ ਐਂ ਰੱਖਣ ਡੀਐਸਪੀ ਸਿੱਧਾ ਘਰੇ ਆ ਕੇ, ਤੇ ਉਹ ਡੀਐਸਪੀ ਜਿਹੜੀ ਇਹਦੇ ਮਨ 'ਚ ਗੱਲ ਹੈ, ਡੀਐਸਪੀ ਦਾ ਇੰਸਪੈਕਟਰ ਹੀ ਰੱਖ ਲੈਣ। ਹੱਥ ਬਣ ਕੇ ਬੇਨਤੀ ਆ, ਜੇ ਹੀਰੇ ਨੂੰ ਨੌਕਰੀ ਦਿੱਤੀ ਤਾਂ ਪੰਜਾਬ ਦੇ ਵਿੱਚ ਅਨੇਕਾਂ ਹੀਰੇ ਪੈਦਾ ਹੋਣਗੇ ਇਹਨੂੰ ਦੇਖ ਕੇ। 4 ਮਹੀਨੇ 5 ਮਹੀਨੇ ਦੁਕਾਨਾਂ ਬੰਦ ਰਹੀਆਂ ਜੀ, ਤੇ ਪਿਛਲੇ ਸਾਲ ਵੀ 5 ਮਹੀਨੇ ਬੰਦ ਰਹੀਆਂ। ਉਹ ਸਾਨੂੰ ਹੀ ਪਤਾ ਜੀ ਗੁਜ਼ਾਰਾ ਅਸੀਂ ਕਿਵੇਂ ਕੀਤਾ ਕਰਦਾ। ਅਸੀਂ ਕਿਸੇ ਦੇ ਦਿਹਾੜੀ ਗਏ ਜੀ, ਕਿਤੇ ਝੋਨੇ ਦੀਆਂ ਤੂੜੀ ਦੀਆਂ ਦਿਹਾੜੀਆਂ ਤੱਕ ਮੈਂ ਲਾਈਆਂ ਜੀ। ਯੂਪੀ ਸਟੇਟ ਹੋ ਗਈ, ਰਾਜਸਥਾਨ ਸਟੇਟ ਹੋ ਗਈ, ਉਹ ਨੈਸ਼ਨਲ ਨੂੰ 5 ਲੱਖ, 골ਡ ਨੂੰ ਜੀ, ਸਿਲਵਰ ਨੂੰ 3 ਲੱਖ, ਬ੍ਰਾਊਨਜ ਨੂੰ 2 ਲੱਖ, ਸਟੇਟ ਮੈਡਲ ਨੂੰ ਲੱਖ ਰੁਪਈਆ ਤੱਕ ਦੇ ਰਹੀ ਹੈ। ਇੱਥੇ ਸਾਡੀ ਜੀ, ਜੇ ਅਸੀਂ ਨੈਸ਼ਨਲ 'ਚੋਂ ਮੈਡਲ ਲੈ ਆਉਣੇ ਆ ਨਾ, ਤਾਂ ਸਿਫਾਰਸ਼ ਕਰਕੇ ਨਿਊਜ਼ ਪੇਪਰ 'ਚ ਖਬਰ ਲਵਾਉਣੀ ਪੈਂਦੀ ਹੈ ਮੈਮ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ